ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਉੱਘੀ ਪੋਲੀਟੀਕਲ ਸ਼ਖਸੀਅਤ ਅਮਰੀਕਾ ਦੀ ਪਹਿਲੀ ਔਰਤ ਵਿਦੇਸ਼ ਮੰਤਰੀ ਅਤੇ ਲੇਖਕ ਦੇ ਤੌਰ 'ਤੇ ਵਿਸ਼ਵ ਵਿਖਿਆਤ ਮੈਡਲਿਨ ਐਲਬਰਾਈਟ ਬੀਤੇ ਦਿਨੀ ਗੁਜ਼ਰ ਗਏ ਹਨ। ਸਾਡੇ ਇਤਿਹਾਸਕ ਪ੍ਰਸੰਗ ਵਿੱਚ ਉਹਨਾਂ ਦੀ ਦੇਣ ਇੱਕ ਖਾਸ ਵਿਸ਼ੇ 'ਤੇ ਸੀ, ਜਿਹੜਾ ਕਿ ਉਹਨਾਂ ਦੀ ਕਿਤਾਬ ਮਾਈਟੀ ਅਲਮਾਈਟੀ ਦੇ ਵਿੱਚ ਉਹਨਾਂ ਨੇ ਇੱਕ ਅਜਿਹੇ ਪੱਖ ਨੂੰ ਛੂਹਿਆ ਜੋ ਬਿਲ ਕਲਿੰਟਨ ਉਸ ਵੇਲੇ ਅਮਰੀਕਾ ਦੇ ਪ੍ਰਧਾਨ ਸਨ। ਉਸ ਵੇਲੇ ਉਹਨਾਂ ਦੀ ਭਾਰਤ ਯਾਤਰਾ ਹੋਈ ਜਦੋਂ ਕਿ ਛੱਟੀ ਸਿੰਘਪੁਰਾ ਕਸ਼ਮੀਰ ਦੀ ਘਾਟੀ ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ। ਇਸ ਵਿਸ਼ੇ ਨੂੰ ਲੈ ਕੇ ਉਹਨਾਂ ਨੇ ਆਪਣੀ ਕਿਤਾਬ ਦੇ ਮੁੱਖ ਬੰਦ ਦੇ ਵਿੱਚ ਜੋ ਕਲਿੰਟਨ ਦੇ ਵਿਚਾਰ ਸਾਂਝੇ ਕੀਤੇ, ਉਸ ਤੋਂ ਬਾਅਦ ਉਹਨਾਂ ਦੀ ਬੜੀ ਚਰਚਾ ਹੋਈ। ਹਾਲਾਂਕਿ ਇੰਡੀਅਨ ਸਟੇਟ ਅਤੇ ਏਜੰਸੀਆਂ ਦੇ ਪ੍ਰਭਾਵ ਅਧੀਨ ਕੁਝ ਸ਼ਬਦਾਂ ਦੇ ਵਿੱਚ ਤਬਦੀਲੀ ਕਰਕੇ ਨਵੇਂ ਐਡੀਸ਼ਨ ਜਿਹੜੇ ਪੇਸ਼ ਕੀਤੇ ਗਏ, ਉਹਨਾਂ 'ਚੋਂ ਕੁਝ ਹਟਾ ਵੀ ਲਏ ਗਏ। ਪਰ ਜਿਹੜੀ ਗੱਲ ਮੈਡਲਿਨ ਅਲਬਰਾਈਟ ਨੇ ਉਸ ਕਿਤਾਬ ਦੇ ਰਾਹੀਂ ਇਜ਼ਹਾਰ ਜਿਸ ਦਾ ਕੀਤਾ, ਉਹ ਇਹ ਸੀ ਕਿ ਕਲਿੰਟਨ ਇਹ ਮੰਨਦੇ ਨੇ ਕਿ ਉਹਨਾਂ ਦੇ ਜਾਣ ਕਾਰਨ ਹੀ ਇਹ ਬੇਗੁਨਾਹ ਸਿੱਖ ਜਿਹੜੇ ਮਾਰੇ ਗਏ, ਸ਼ਾਇਦ ਜੇ ਉਹ ਨਾ ਜਾਂਦੇ ਅਜਿਹਾ ਨਾ ਹੁੰਦਾ। ਪਰ ਇਹ ਇੱਕ ਘਟਨਾਕ੍ਰਮ ਨੂੰ ਲੈ ਕੇ ਕਾਫੀ ਚਰਚਾ ਪਹਿਲਾਂ ਵੀ ਹੋਈ, ਹੁਣ ਵੀ ਹੋਈ। ਹਾਲਾਂਕਿ ਇਸ ਦਾ ਕੋਈ ਇਨਸਾਫ ਮਿਲਣ ਜਾਂ ਜਾਂਚ ਹੋਣ ਦੇ ਵਿੱਚ ਕੋਈ ਮੂਲ ਆਧਾਰ ਨਾ ਬਣਿਆ। ਫਿਰ ਵੀ ਮੈਡਲਿਨ ਐਲਬਰਾਈਟ ਦੀ ਦੇਣ ਬਹੁਤ ਸਾਰੇ ਹੋਰ ਪੱਖਾਂ ਦੇ ਨਾਲ ਸਾਡੇ ਲਈ ਇਸ ਵਿਸ਼ੇ 'ਤੇ ਬਹੁਤ ਹੈ, ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਛੂਹਿਆ ਜਾਂ ਵਿਚਾਰਿਆ। ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ। ਬੀਤੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ। ਕੈਂਸਰ ਦੀ ਨਾਮਰਾਦ ਬਿਮਾਰੀ ਤੋਂ ਪੀੜਤ ਸਨ, ਲਗਾਤਾਰ ਸੰਘਰਸ਼ੀਲ ਰਹੇ ਅਤੇ ਉਹਨਾਂ ਨੇ ਆਪਣੇ ਜੋ ਵਿਚਾਰ ਦਿੱਤੇ ਉਹ ਉਹਨਾਂ ਦੇ ਨੁਕਤੇ ਨਿਗਾਹ ਤੋਂ ਅਸੀਂ ਵਿਚਾਰਨੇ ਨੇ, ਖਾਸ ਕਰਕੇ ਛੱਟੀ ਸਿੰਘਪੁਰਾ ਦੇ ਸਿੱਖ ਕਤਲੇਆਮ ਦੇ ਮੁੱਦੇ 'ਤੇ। ਇਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ। ਮਹਿਮਾਨ ਨੇ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਉਸ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਸਮੇਂ-ਸਮੇਂ ਗੱਲਬਾਤ ਵੀ ਕੀਤੀ। ਮੈਡਲਿਨ ਐਲਬਰਾਈਟ ਦੀ ਕਿਤਾਬ ਜਿਹੜਾ ਉਹਨਾਂ ਨੂੰ ਪੜ੍ਹਨ ਦਾ ਅਤੇ ਉਸ ਤੋਂ ਜਾਣਨ ਦਾ ਮੌਕਾ ਵੀ ਮਿਲਿਆ। ਉਹ ਮੁੱਖ ਬੰਦ ਜਿਹੜਾ ਕਿ ਬਿਲ ਕਲਿੰਟਨ ਦੇ ਵੱਲੋਂ ਲਿਖਿਆ ਗਿਆ, ਉਸ ਦੇ ਵਿੱਚ ਜੋ ਕਮੈਂਟਸ ਜਿਹੜੇ ਵਿੱਚ ਦਿੱਤੇ ਗਏ, ਉਸ ਬਾਰੇ ਵੀ ਉਹ ਟਿੱਪਣੀ ਕਰਨਗੇ। ਅਤੇ ਸਾਡੇ ਲਈ ਇਸ ਸ਼ਖਸੀਅਤ ਨੂੰ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਇੱਕ ਉਹ ਵਿਸ਼ਾ ਜਿਹੜਾ ਕਿ ਹੁਣ ਫਿਰ ਦੱਬਿਆ ਜਾਂ ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ, ਜਿਸ ਦੀ 22ਵੀਂ ਬਰਸੀ ਜਿਹੜੀ ਹੈ ਬੀਤੇ ਦਿਨੀ ਸੀ 20 ਮਾਰਚ ਨੂੰ, ਕਿਉਂਕਿ 20 ਮਾਰਚ 2000 ਨੂੰ ਜਿਹੜਾ ਇਹ ਕਤਲੇਆਮ ਹੋਇਆ ਸੀ। ਸੋ ਉਸ ਗੱਲ ਨੂੰ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰੂਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ, ਅਜੇ ਸੰਵੇਦਨਸ਼ੀਲ ਵਿਸ਼ੇ 'ਤੇ ਗੱਲਬਾਤ ਕਰਨ ਲਈ ਮੌਕਾ ਦੇ ਰਹੇ ਹੋ, ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਜੀ। ਬਿਨਾਂ ਸ਼ੱਕ ਜਿਹੜਾ ਵਿਸ਼ਾ ਛੱਟੀ ਸਿੰਘਪੁਰਾ ਸਿੱਖ ਕਤਲੇਆਮ ਦਾ ਹੈ, ਬੜਾ ਗਮਗੀਨ ਹੈ ਅਤੇ ਬਹੁਤ ਜਾਂਚ ਵਿਚਾਰਾਂ ਦੀ ਮੰਗ ਕਰਦਾ। ਪਰ ਉਸ ਤੋਂ ਪਹਿਲਾਂ ਜੋ ਅਮਰੀਕਾ ਦੀ ਇਹ ਵਿਦੇਸ਼ ਮੰਤਰੀ ਮੈਡਲਿਨ ਐਲਬਰਾਈਟ ਹੈ, ਉਹਨਾਂ ਦਾ ਚਲਾਣਾ ਦੇਹਾਂਤ ਹੋਇਆ ਅਤੇ ਅਸੀਂ ਗੱਲਬਾਤ ਉਹਨਾਂ ਦੀ ਸ਼ਖਸੀਅਤ ਤੋਂ ਹੀ ਸ਼ੁਰੂ ਕਰਾਂਗੇ। ਕੱਲ੍ਹ ਅਸਲ ਕਿ ਮੈਡਲਿਨ ਐਲਬਰਾਈਟ 84 ਵਰ੍ਹਿਆਂ ਦੀ ਉਮਰ ਭੋਗ ਕੇ ਸੰਸਾਰ ਨੂੰ ਵਿਛੋੜਾ ਦੇ ਗਏ ਨੇ। ਕੈਂਸਰ ਨਾਲ ਜੂਝ ਰਹੇ ਸੀ, ਵੀ ਤੁਸੀਂ ਦੱਸਿਆ ਵੀ ਹੈ ਜੀ। ਔਰ ਸਭ ਤੋਂ ਵੱਡੀ ਗੱਲ ਕਿ ਇਤਿਹਾਸ ਉਹਨਾਂ ਨੇ ਸਿਰਜਿਆ ਸੀ ਅਮਰੀਕਾ ਵਿੱਚ, ਕਿ ਪਹਿਲੀ ਇਸਤਰੀ ਇੱਕ ਵਿਦੇਸ਼ ਮੰਤਰੀ ਉੱਥੇ ਥਾਪੀ ਗਈ। ਔਰ ਇਹ ਉਸ ਵੇਲੇ ਦੀ ਗੱਲ ਜਦੋਂ ਬਿਲ ਕਲਿੰਟਨ ਪ੍ਰਧਾਨ ਸੀ ਦੇਸ਼ ਦੇ, ਰਾਸ਼ਟਰਪਤੀ ਸੀਗੇ। ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੀ ਦੇਣ ਰਹੀ ਹੈ। ਉਹਨਾਂ ਨੇ ਕਿਤਾਬਾਂ ਹੋਰ ਵੀ ਲਿਖੀਆਂ ਨੇ ਜੀ, ਜਿਵੇਂ ਫਾਸ਼ਿਜ਼ਮ 'ਤੇ ਉਹਨਾਂ ਦੀ ਬੜੀ ਚਰਚਿਤ ਕਿਤਾਬ ਹੈ। ਹੁਣ ਨਾਜ਼ੀਆਂ ਕੋਲੋਂ ਇਹ ਔਰਤ ਅਮਰੀਕਾ ਆਉਂਦੀ ਹੈ, ਚੈਕੋਸਲੋਵਾਕੀਆ ਤੋਂ, ਜਦੋਂ ਨਾਜ਼ੀਆਂ ਦੇ ਦੌਰ ਵਿੱਚ ਗੱਲਾਂ ਜ਼ੁਲਮ ਹੋ ਰਿਹਾ ਸੀਗਾ, ਉਹ ਸਾਰਾ ਕੁਝ ਉੱਥੇ ਵੇਖਿਆ, ਹੰਢਾਇਆ, ਉਸ ਸਮਝਿਆ। ਸੋ ਉਸ ਦਾ ਜਿਹੜਾ ਸੋਚ ਘੇਰਾ ਬਹੁਤ ਵਿਸ਼ਾਲ ਸੀਗਾ। ਔਰਤਾਂ ਲਈ ਵੀ ਉਹ ਖੜੀ ਹੋਈ ਹਮੇਸ਼ਾ, ਔਰ ਉਸਨੇ ਜਿਹੜਾ ਇਸ ਮੁਕਾਮ ਤੱਕ ਪਹੁੰਚਣਾ ਆਪਣੇ ਆਪ 'ਚ ਬੜੀ ਵੱਡੀ ਗੱਲ ਸੀ। ਕਿਉਂਕਿ ਅਮਰੀਕਾ ਵਿੱਚ ਤਾਂ ਵੇਖੋ ਇੱਕ ਸਮਾਂ ਸੀ ਕਿ ਔਰਤਾਂ ਨੂੰ ਵੋਟ ਪਾਉਣ ਦਾ ਵੀ ਹੱਕ ਨਹੀਂ ਸੀਗਾ। ਰਾਸ਼ਟਰਪਤੀ ਦਾ ਅਜੇ ਤੱਕ ਕੋਈ ਔਰਤ ਬਣ ਨਹੀਂ ਸਕੀ। ਹਾਲਾਂਕਿ ਹਿਲਰੀ ਕਲਿੰਟਨ ਮਗਰੋਂ ਇਸ ਅਹੁਦੇ 'ਤੇ ਬੈਠੀ ਹੈ ਵਿਦੇਸ਼ ਮੰਤਰੀ ਦੇ, ਪਰ ਮੈਡਲਿਨ ਐਲਬਰਾਈਟ ਨੇ ਨਵੀਆਂ ਪੈੜਾਂ ਪਾਈਆਂ। ਸੋ ਇੱਕ ਲੇਖਕ ਸੀ, ਸਾਰਾ ਕੁਝ ਸਮਝਦੀ ਸੀ। ਸੋ ਜਿਹੜੀ ਸਭ ਤੋਂ ਵੱਡੀ ਗੱਲ, ਜਿਹੜਾ ਛੱਟੀ ਸਿੰਘਪੁਰਾ ਦੇ ਨਾਲ ਇਸ ਦਾ ਇੱਕ ਮੌਕਾ ਮਿਲ ਜੁੜ ਗਿਆ। ਵੇਖੋ 20 ਤਰੀਕ ਨੂੰ ਇਹ ਕਾਰਾ ਹੋਇਆ 2000 ਦੇ ਵਿੱਚ, ਜਦੋਂ 36 ਸਿੱਖਾਂ ਨੂੰ ਕਤਲ ਕੀਤਾ ਗਿਆ। ਔਰ ਉਸ ਕਾਰੇ ਬਾਰੇ ਨਿਸ਼ਾਨਦੇਹੀ ਕਰਨ ਵਾਲੀ ਜਿਹੜੀ ਇਹ ਬੀਬੀ ਹੈ, 23 ਮਾਰਚ ਨੂੰ ਉਸਦੀ ਚੜ੍ਹਾਈ ਹੁੰਦੀ ਹੈ। ਸਬਬ ਨਾਲ 20 ਤਾਰੀਖ ਨੂੰ ਮੈਂ ਛੱਟੀ ਸਿੰਘਪੁਰਾ ਉੱਤੇ ਮੈਂ ਪ੍ਰੋਗਰਾਮ ਵੀ ਕੀਤਾ ਸੀ। ਔਰ ਇੱਕ ਰਿਸ਼ਪਾਲ ਸਿੰਘ ਨਾਂ ਦਾ ਇੱਕ ਵਿਅਕਤੀ, ਜਿਸ ਦੇ ਪਿਤਾ ਜੀ ਉਸ ਕਾਂਡ 'ਚ ਮਾਰੇ ਗਏ, ਉਹਨਾਂ ਦਾ ਲਾਈਵ ਇੰਟਰਵਿਊ ਕੀਤਾ ਰੇਡੀਓ 'ਤੇ। ਉਸ ਇੰਟਰਵਿਊ 'ਚ ਉਹਨੇ ਕਈ ਗੱਲਾਂ ਕਹੀਆਂ ਕਿ ਇਸ ਪੂਰੇ ਮਾਮਲੇ ਦੀ ਇੰਟਰਨੈਸ਼ਨਲ ਜਾਂਚ ਹੋਣੀ ਚਾਹੀਦੀ ਹੈ,
ਕਿਉਂਕਿ ਅੰਦਰੂਨੀ ਜਾਂਚ ਦੀ ਕੋਈ ਉਮੀਦ ਨਹੀਂ, ਕਿਉਂਕਿ ਜਿਸ ਸਮੇਂ ਕਾਰਾ ਹੋਇਆ ਉਦੋਂ ਵੀ ਬੀਜੇਪੀ ਸਰਕਾਰ ਸੀ, ਅੱਜ ਵੀ ਬੀਜੇਪੀ ਸਰਕਾਰ ਹੈ। ਸਰਕਾਰ ਦਾ ਉਦੇਸ਼ ਕਦੇ ਨਹੀਂ ਹੋਊਗਾ ਕਿ ਇਹੋ ਜਿਹੀ ਇਨਕੁਆਇਰੀ ਕਰੇ। ਸੋ ਉਹ ਆਸ ਲਈ ਬੈਠੇ ਕਿ ਬਾਹਰ ਇਸ ਦੀ ਇਨਕੁਆਇਰੀ ਹੋਵੇ। ਸਬੱਬ ਨਾਲ 20 ਤਾਰੀਖ ਨੂੰ ਉਸ ਦੀ ਬਰਸੀ ਹੈ, ਉਸ ਦੁਕਾਨ ਦੀ ਜਾਂ ਵਰ੍ਹੇਗੰਢ, ਔਰ 3 ਦਿਨਾਂ ਮਗਰੋਂ 23 ਮਾਰਚ ਨੂੰ ਮੈਡਲਿਨ ਐਲਬ੍ਰਾਈਟ ਦੇ ਚਲਾਣੇ ਦੀ ਖਬਰ ਆਉਂਦੀ ਹੈ। ਸੋ ਸਿਰਫ 3 ਦਿਨਾਂ ਦੇ ਫਰਕ ਦੇ ਵਿੱਚ। ਔਰ ਜਦੋਂ ਇਹ ਮੰਗ ਉੱਠ ਰਹੀ ਕਸ਼ਮੀਰ 'ਚ ਕਿ ਇਸ ਦੀ ਇੰਟਰਨੈਸ਼ਨਲ ਜਾਂਚ ਕਰਵਾਓ, ਤੇ ਉਹ ਬੀਬੀ ਜਿਸ ਨੇ ਕਿਤਾਬ ਵਿੱਚ ਕੁਝ ਅਹਿਮ ਖੁਲਾਸੇ ਕੀਤੇ, ਉਹ ਸੰਸਾਰ ਤੋਂ ਚੱਲ ਵਸੀ। ਮੈਂ ਇਹ ਸਮਝਦਾ ਕਿ ਉਹ ਆਪਣੇ ਦਿਲ ਦੇ ਵਿੱਚ ਕਈ ਤਰ੍ਹਾਂ ਦੇ ਰਾਜ਼ ਲੈ ਕੇ ਗਈ ਹੈ ਸੰਸਾਰ ਤੋਂ। ਜਿਹੜਾ ਉਸਨੇ ਲਿਖਿਆ ਸੀਗਾ, ਬਾਅਦ ਜੋ ਪ੍ਰੈਸ਼ਰ ਪਾ ਕੇ ਉਸ ਨੂੰ ਹਟਵਾਇਆ ਗਿਆ, ਸੁਧਾਈ ਕਰਾਈ ਗਈ, ਉਸ ਤੋਂ ਬਾਅਦ ਵੀ ਅਮਰੀਕਾ ਕੋਲ ਗੁੰਜਾਇਸ਼ ਸੀ ਇਸ ਗੱਲ ਦੀ ਕਿ ਆਪਣੇ ਤੌਰ 'ਤੇ ਪੜਤਾਲ ਕਰਦੇ, ਆਪਣੇ ਤੌਰ 'ਤੇ ਜਾਂਚ ਲਈ ਕੁਝ ਕਹਿੰਦੇ, ਜਾਂ ਅੰਤਰਰਾਸ਼ਟਰੀ ਕਚਹਿਰੀ ਕੋਲੇ ਮਾਮਲਾ ਲੈ ਕੇ ਜਾਂਦੇ। ਪਰ ਉਹਨਾਂ ਨੇ ਕੁਝ ਨਹੀਂ ਕੀਤਾ। ਨਾ ਤਾਂ ਮੈਡਲਿਨ ਐਲਬ੍ਰਾਈਟ ਉੱਥੋਂ ਤੱਕ ਪਹੁੰਚ ਸਕੀ, ਨਾ ਬਿਲ ਕਲਿੰਟਨ ਉੱਥੋਂ ਤੱਕ ਪਹੁੰਚ ਸਕਿਆ, ਨਾ ਅਮਰੀਕਾ ਦੇ ਪ੍ਰਸ਼ਾਸਨ ਨੇ ਇਸ ਗੱਲ ਨੂੰ ਉਸ ਤਰੀਕੇ ਨਾਲ ਲਿਆ। ਹਾਲਾਂਕਿ ਮੈਡਲਿਨ ਨੇ ਆਪਣੀ ਕਿਤਾਬ ਵਿੱਚ ਜੋ ਹਵਾਲਾ ਦਿੱਤਾ ਸੀ ਕਲਿੰਟਨ ਦਾ ਇਹੀ ਸੀਗਾ ਕਿ ਜੇ ਮੈਂ ਨਾ ਗਿਆ ਹੁੰਦਾ ਭਾਰਤ ਦੌਰੇ 'ਤੇ ਸ਼ਾਇਦ ਨਾ ਹੁੰਦਾ। ਸਭ ਤੋਂ ਵੱਡੀ ਗੱਲ ਕਿ ਕਲਿੰਟਨ ਇਹ ਕਹਿ ਰਿਹਾ ਕਿਤਾਬ ਦੇ ਹਵਾਲੇ ਨਾਲ ਕਿ ਜਿਹੜਾ ਜੋ ਕੁਛ ਕਾਰਾ ਹੋਇਆ ਇਸ ਦੇ ਪਿੱਛੇ ਹਿੰਦੂ ਕਰੜਪੰਥੀਆਂ ਦਾ ਹੱਥ ਹੈ। ਬਿਲਕੁਲ। ਔਰ ਇਸ ਗੱਲ ਨੂੰ ਹਟਵਾਇਆ ਗਿਆ ਭਾਰਤੀ ਏਜੰਸੀਆਂ ਦੇ ਦਬਾਅ ਹੇਠਾਂ। ਅੱਜ ਅਸੀਂ ਵੇਖ ਰਹੇ ਕਿ ਹਿੰਦੂ ਕਰੜਪੰਥੀ ਦੁਬਾਰਾ ਸੱਤਾ ਵਿੱਚ ਬਿਰਾਜਮਾਨ ਨੇ, ਔਰ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਪਿੱਛੇ ਜੇ ਫੜੇ ਵੀ ਗਏ ਨੇ ਸਮਝੌਤਾ ਬਲਾਸਟ ਦੇ ਮਾਮਲੇ 'ਚ, ਹੋਰਨਾਂ ਮਾਮਲੇ, ਜਿਹੜੇ ਕੁਝ ਫੌਜ ਦੇ ਅਫਸਰ ਵੀ ਫੜੇ ਗਏ ਸੀਗੇ, ਸ਼੍ਰੀਕਾਂਤ ਪੁਰੋਹਿਤ ਵਰਗੇ, ਜਿਹੜਾ ਮਿਲਟਰੀ ਇੰਟੈਲੀਜੈਂਸ ਨਾਲ ਵੀ ਰਿਹਾ, ਕਸ਼ਮੀਰ 'ਚ ਵੀ ਪੋਸਟਡ ਰਿਹਾ। ਹੁਣ ਕੀ ਕਹਿ ਸਕਦੇ ਕਿ ਕਿਸ ਨੇ ਕੀਤਾ ਕਿਸ ਨੇ ਨਹੀਂ ਕੀਤਾ। ਪਰ ਜਿਹੜਾ ਬਿਲ ਕਲਿੰਟਨ ਦਾ ਐਡਾ ਵੱਡਾ ਇਲਜ਼ਾਮ ਲਾ ਦੇਣਾ, ਕੋਈ ਨਾ ਕੋਈ ਉਸ ਦੀ ਵਜ੍ਹਾ ਹੋਏਗੀ, ਆਧਾਰ ਹੋਏਗਾ। ਸੋ ਇਹ ਗੱਲ ਅੱਗੇ ਵਧਣੀ ਚਾਹੀਦੀ ਸੀ। ਅਮਰੀਕਾ ਦਾ ਫੇਲਿਅਰ ਵੀ ਇਸ ਵਿੱਚ ਨਜ਼ਰ ਆ ਰਿਹਾ, ਸਾਨੂੰ ਇਸ ਤੋਂ ਵੀ ਇਨਕਾਰੀ ਅਸੀਂ ਨਹੀਂ ਹੋ ਸਕਦੇ। ਇਹ ਵੀ ਗੱਲ ਸੱਚ ਹੈ ਕਿ ਜਦੋਂ ਮੈਡਲਿਨ ਐਲਬ੍ਰਾਈਟ ਦੀ ਅਸੀਂ ਗੱਲ ਕਰਦੇ ਹਾਂ, ਇਹ ਕਿਤਾਬ ਉਹਨਾਂ ਨੇ ਅੱਜ ਤੋਂ ਤਕਰੀਬਨ 21-22 ਵਰ੍ਹੇ ਪਹਿਲਾਂ ਲਿਖੀ, ਅਤੇ ਅੱਜ ਜਦੋਂ ਉਹਨਾਂ ਦੇ ਚਲਾਣੇ ਤੋਂ ਬਾਅਦ ਵੀ ਅਸੀਂ ਇਸ ਗੱਲ ਨੂੰ ਜੇਕਰ ਹਵਾਲੇ ਦੇ ਤੌਰ 'ਤੇ ਜ਼ਿਕਰ ਕਰ ਰਹੇ ਹਾਂ, ਤਾਂ ਜਿਹੜੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ, ਜਿਨ੍ਹਾਂ 'ਚੋਂ ਖਾਸ ਤੌਰ 'ਤੇ ਵਿਦੇਸ਼ਾਂ 'ਚ ਬੈਠੀਆਂ ਸਿੱਖ ਸੰਸਥਾਵਾਂ, ਜਿਹੜੀਆਂ ਇਹ ਦਾਅਵਾ ਕਰਦੀਆਂ ਨੇ ਕਿ ਅਸੀਂ ਜੋ ਫਾਸ਼ੀਵਾਦੀ ਇੰਡੀਅਨ ਸਟੇਟ ਦੇ ਉਹ ਨੀਤੀ ਘਾੜੇ ਨੇ ਜਿਨ੍ਹਾਂ ਨੇ ਲਗਾਤਾਰ ਅਜਿਹਾ ਕੁਝ ਕੀਤਾ, ਉਹਨਾਂ ਦੇ ਖਿਲਾਫ ਕੁਝ ਕਰ ਸਕੀਏ, ਤਾਂ ਉਹਨਾਂ ਨੂੰ ਇਹ ਸਵਾਲ ਵੀ ਹੈ ਕਿ ਮੈਡਲਿਨ ਐਲਬ੍ਰਾਈਟ ਦੀ ਲਿਖਤ ਅਤੇ ਉਸ ਦੀ ਵਿਚਾਰ, ਉਸ ਨੂੰ ਇਹਨਾਂ ਦਿਨਾਂ 'ਚ ਹਾਈਲਾਈਟ ਕੀਤਾ ਜਾਏ, ਉਹਨਾਂ 'ਤੇ ਚਰਚਾ ਹੋਵੇ, ਗੁਰਦੁਆਰਿਆਂ ਦੇ ਵਿੱਚ ਇਸ ਗੱਲ ਦੀ ਬਕਾਇਦਾ ਤੌਰ 'ਤੇ ਸੈਮੀਨਾਰਾਂ 'ਚ ਇਸ ਗੱਲ ਦੀ ਚਰਚਾ ਹੋਵੇ ਕਿ ਇਹ ਕੁਝ ਖਾਸ ਕਿਹਾ ਗਿਆ, ਇਸ ਨੂੰ ਦਬਾਇਆ ਗਿਆ, ਜਿਵੇਂ ਸ਼ਬਦ ਬਦਲੇ ਗਏ। ਇਸ ਦੇ ਬਾਰੇ ਵੀ ਪ੍ਰਤੱਖ ਹੈ ਕਿ ਪਹਿਲੇ ਐਡੀਸ਼ਨ ਦੇ ਵਿੱਚ ਜਦੋਂ ਉਹ ਲਿਖਦੇ ਆ ਕਿ ਹਿੰਦੂ ਕੱਟੜਪੰਥੀਆਂ ਨੇ ਇਹਨਾਂ ਬੇਗੁਨਾਹ ਸਿੱਖਾਂ ਨੂੰ ਬਕਾਇਦਾ ਤੌਰ 'ਤੇ ਸਾਜ਼ਿਸ਼ ਦੇ ਅਧੀਨ ਜਿਹੜਾ ਹੈ ਉਹ ਮਾਰਿਆ, ਅਤੇ ਉਸ ਦੇ ਨਾਲ ਹਵਾਲੇ ਦੇ ਤੌਰ 'ਤੇ ਬਿਲ ਕਲਿੰਟਨ ਦੇ ਵਿਚਾਰ ਜਿਹੜੇ ਦਿੱਤੇ ਜਾਂਦੇ ਨੇ। ਪਰ ਬਾਅਦ ਦੇ ਵਿੱਚ ਜਿਹੜਾ ਉਸ ਦਾ ਸੰਪਾਦਕ ਹੈ ਜਾਂ ਪ੍ਰਕਾਸ਼ਕ ਹੈ ਜਾਂ ਉਸ ਸਾਰੇ ਢਾਂਚੇ ਦਾ ਜਿਹੜਾ ਇਸ ਸਾਰੇ ਸਿਸਟਮ ਦਾ ਮੁਖੀ ਹੈ ਜਿਨ੍ਹਾਂ ਨੇ ਕਿਤਾਬ ਛਾਪੀ, ਉਹਨਾਂ 'ਤੇ ਦਬਾਅ ਪਾਇਆ ਜਾਂਦਾ, ਬਦਲਿਆ ਜਾਂਦਾ। ਲੇਕਿਨ ਇਸ ਗੱਲ ਦੇ ਵਿੱਚ ਅਸੀਂ ਆਪਣੀ ਵੀ ਨਾਲ ਨਾਕਾਮਯਾਬੀ ਸਮਝਦੇ ਹਾਂ ਕਿ ਪਿਛਲੇ 20 ਵਰ੍ਹਿਆਂ ਦੇ ਦੌਰਾਨ ਐਸੀ ਸ਼ਖਸੀਅਤ ਜਿਹੜੀ ਜਿਉਂਦੀ ਜਾਗਦੀ ਸੀ, ਉਹਦੇ ਅੰਦਰ ਕਈ ਤਰ੍ਹਾਂ ਦੇ ਰਾਜ਼ ਸਨ, ਭੇਦ ਸਨ, ਉਸ ਨੂੰ ਪਹੁੰਚ ਕਰਕੇ ਕੋਸ਼ਿਸ਼ ਕੀਤੀ ਜਾਂਦੀ, ਜਾਂ ਉਸ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਖਾਸ ਤੌਰ 'ਤੇ ਇਸ ਵਿਸ਼ੇ 'ਤੇ ਜ਼ਰੂਰ ਕੁਝ ਨਾ ਕੁਝ ਦੱਸੋ। ਸੋ ਜੇ ਉਹਨਾਂ ਨੇ ਇੱਕ ਹਵਾਲਾ ਹੀ ਦੇ ਦਿੱਤਾ ਸੀ, ਇਹੀ ਕਾਫੀ ਸੀ, ਉਸ ਤੋਂ ਬਾਅਦ ਫੋਲੋਅਪ ਕੀਤਾ ਜਾਂਦਾ, ਪਰ ਨਹੀਂ ਹੋਇਆ। ਇਹਦੇ ਵਿੱਚ ਗੁਰਪ੍ਰੀਤ ਸਿੰਘ ਜੀ, ਹੁਣ ਵੀ ਜਦੋਂ ਅਸੀਂ ਜੇ ਇਸ ਸ਼ਖਸੀਅਤ ਨੂੰ, ਜਿਵੇਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਹੋਰਨਾਂ ਭਾਈਚਾਰਿਆਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਲੇਖਕ ਦੇ ਤੌਰ 'ਤੇ, ਵਿਚਾਰਕ ਦੇ ਤੌਰ 'ਤੇ ਜਾਂ ਸਿਆਸਤਦਾਨ ਦੇ ਤੌਰ 'ਤੇ ਬਾਕੀਆਂ ਲਈ ਆਵਾਜ਼ ਉਠਾਈ। ਸੋ ਉਸ ਦੀ ਯਾਦ, ਉਸ ਦਾ ਦਿਨ ਜਾਂ ਉਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹਨਾਂ ਵਿਸ਼ਿਆਂ 'ਤੇ ਵਿਚਾਰ ਚਰਚਾ ਹੋਵੇ, ਇੱਕ ਨਵਾਂ ਚੈਪਟਰ ਖੁੱਲ੍ਹੇ। ਕੀ ਸੋਚਦੇ ਹੋ? ਨਹੀਂ, ਹੋਣਾ ਤਾਂ ਬਹੁਤ ਕੁਝ ਚਾਹੀਦਾ ਗੁਰਦੁਆਰਾ ਸਿੰਘ ਜੀ, ਪਰ ਕਰੂ ਕੌਣ? ਬਿੱਲੀ ਦੇ ਗਲ ਦੀ ਟੱਲੀ ਕਿਹੜਾ ਬਣੂਗਾ? ਸਵਾਲ ਪੈਦਾ ਹੁੰਦਾ ਕਿ ਜਿਹੜਾ ਏਅਰ ਇੰਡੀਆ ਕਾਂਡ ਵਰਗਾ ਸਾਕਾ ਜਿਹੜਾ ਹੋਇਆ ਇੱਥੇ, ਜਿਹੜਾ ਮਤਲਬ ਕੈਨੇਡਾ ਦੀ ਧਰਤੀ 'ਤੇ ਸਾਜ਼ਿਸ਼ ਉਸੀ ਰਚੀ ਗਈ, ਜਿਹੜੇ ਲੋਕਾਂ ਦੇ ਨਿਸ਼ਾਨਦੇਹੀ ਉਹ ਕੈਨੇਡਾ ਨਾਲ ਸੰਬੰਧਿਤ ਸੀਗੇ, ਔਰ ਹੁਣ ਤਾਂ ਗੱਲਾਂ ਸਾਹਮਣੇ ਆ ਰਹੀਆਂ ਨੇ, ਕਈਆਂ ਦੇ ਰੌ ਨਾਲ ਜੱਫੀਆਂ ਪਈਆਂ ਹੋਈਆਂ। ਅੱਜ ਤੱਕ ਅਸੀਂ ਉਹ ਨਹੀਂ ਮਸਲਾ ਹੱਲ ਕਰਵਾ ਸਕੇ। ਸਾਡੀਆਂ ਜਿਹੜੀ ਕਹਿੰਦੀਆਂ ਕਹਾਉਂਦੀਆਂ ਇੱਥੇ ਲੌਬੀਜ਼ ਬਣੀਆਂ ਹੋਈਆਂ ਸਿੱਖ ਜਥੇਬੰਦੀਆਂ, ਜੋ ਕੁਝ ਵੀ ਕੀ ਕਰਾ ਲਿਆ ਉਹਨਾਂ ਨੇ, ਅੱਜ ਤੱਕ ਮਤਲਬ ਉਹਦਾ ਜਵਾਬ ਨਹੀਂ ਆਪਾਂ ਲੈ ਸਕੇ। ਉਹ ਚੱਟੀ ਸਿੰਘਪੁਰਾ ਦਾ ਕੀ ਜਵਾਬ ਲਵਾਂਗੇ? ਕੈਨੇਡਾ ਵਿੱਚ ਜਿੱਥੇ ਸਿੱਖਾਂ ਦੀ ਤੂਤੀ ਬੋਲਦੀ ਹੋਵੇ, ਸਰਕਾਰੀ ਦਰਬਾਰੇ ਪਹੁੰਚ ਹੋਵੇ, ਇੱਕ ਵੱਡੀ ਲੌਬੀ ਗਰੁੱਪ ਹੈ ਸਿੱਖਾਂ ਦਾ ਇੱਥੇ, ਉਸ ਦੇ ਲੀਡਰਾਂ ਦੇ ਪੁੱਤ ਭਤੀਜੇ ਮੰਤਰੀ ਸੰਤਰੀ ਰਹੇ ਹੋਣ ਇੱਥੋਂ ਦੀਆਂ ਸਰਕਾਰਾਂ ਵਿੱਚ, ਉਹ ਨਹੀਂ ਕੁਝ ਕਰਾ ਸਕੇ ਏਅਰ ਇੰਡੀਆ ਬਾਰੇ, ਤਾਂ ਚੱਟੀ ਸਿੰਘਪੁਰਾ ਤਾਂ ਬਹੁਤ ਦੂਰ ਦੀ ਗੱਲ ਹੈ। ਔਰ ਅਸੀਂ ਗੱਲ ਵੀ ਅਮਰੀਕਾ ਦੀ ਕਰ ਰਹੇ ਹਾਂ।
ਹੁਣ ਤਾਂ ਚਲੋ ਖੈਰ ਜੋ ਬਾਈਡਨ ਆ ਗਿਆ ਉੱਥੇ, ਹੁਣ ਵੀ ਮੌਕਾ ਹੈ ਉਸ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਿਛਲੀ ਵਾਰ ਤਾਂ ਟਰੰਪ ਸੀ ਜਿਹੜਾ ਸਿੱਧੇ ਤੌਰ 'ਤੇ ਮੋਦੀ ਦਾ ਯਾਰ ਸੀ, ਉਹਦੇ ਕੋਲ ਤਾਂ ਉਮੀਦ ਨਹੀਂ ਸੀ ਕਰ ਸਕਦੇ ਆਪਾਂ। ਸੋ ਦੇਖਣਾ ਇਹ ਪੈਣਾ ਕਿ ਇਸ ਦੇ ਵਿੱਚ ਜਿਹੜੀ ਇੱਕ ਤਾਂ ਜਿਹੜਾ ਨੋਮ ਚੋਮਸਕੀ ਹੈ, ਹਾਂਜੀ, ਉਸਨੇ ਇੱਕ ਟਰਮ ਕੋਇਨ ਕੀਤਾ ਸੀਗਾ, ਅਨਵਰਦੀ ਵਿਕਟਿਮਸ, ਅਜਿਹੇ ਲੋਕ, ਪੀੜਤ ਲੋਕ ਜਿਨ੍ਹਾਂ ਦੀ ਕੋਈ ਬੁੱਕਤ ਨਹੀਂ ਹੈ। ਉਸਨੇ ਪਰਿਭਾਸ਼ਿਤ ਕੀਤਾ ਇਸ ਪੂਰੀ ਗੱਲ ਨੂੰ ਕਿ ਦੁਨੀਆ ਦੇ ਭਰ ਦੇ ਵਿੱਚ ਇੱਕ ਵਰਤਾਰਾ ਚੱਲਦਾ ਹੈ ਕਿ ਜਿਹੜੀ ਕਲਾਇੰਟ ਸਟੇਟ ਹੈ, ਜਿਨ੍ਹਾਂ ਨਾਲ ਤੁਹਾਡੀ ਲੈਣ ਦੇਣ ਹੈ, ਵਪਾਰ ਚੱਲਦਾ, ਉਹਨਾਂ ਦੇ ਹਿੱਤਾਂ ਦੀ ਪੂਰਤੀ ਦਾ ਹਮੇਸ਼ਾ ਖਾਸ ਧਿਆਨ ਰੱਖਿਆ ਗਿਆ। ਜਿੱਥੇ ਕਲਾਇੰਟ ਸਟੇਟ ਤੋਂ ਉਲਟ ਗੱਲ ਹੋ ਰਹੀ ਹੈ, ਉੱਥੇ ਜੋ ਕੁਝ ਵੀ ਕਿਸੇ ਨਾਲ ਮਾੜਾ ਵਾਪਰਦਾ ਉਹਨੂੰ ਅੱਖੋਂ ਪਰੋਖੇ ਕੀਤਾ ਜਾਂਦਾ। ਜਿੱਥੇ ਤੁਹਾਡੇ ਹੱਕ 'ਚ ਗੱਲ ਹੋਵੇ ਉੱਥੇ ਤੁਸੀਂ ਬੜੀ ਸ਼ਿੱਦਤ ਨਾਲ ਗੱਲ ਕਰਦੇ ਹੋ। ਹੁਣ ਅੱਜ ਯੂਕਰੇਨ 'ਚ ਧੱਕਾ ਹੋ ਰਿਹਾ, ਸਾਰੀ ਦੁਨੀਆ ਰੋ ਰਹੀ ਹੈ। ਚੀਨ ਕੋਈ ਧੱਕਾ ਕਰਦਾ ਤਾਂ ਵੀ ਸਾਰੇ ਇੱਥੇ ਬੈਠੇ ਰੌਲਾ ਪਾਉਂਦੇ ਆ। ਪਰ ਜਦੋਂ ਭਾਰਤ ਨਾਲ ਜਿੱਦਾਂ ਤੁਹਾਡੀ ਤਜਾਰਤ ਚੱਲਦੀ ਹੋਵੇ, ਜਿਹਨੂੰ ਤੁਸੀਂ ਚੀਨ ਦੇ ਖਿਲਾਫ ਆਪਣਾ ਸ਼ਰੀਕ ਬਣਾ ਕੇ ਤਿਆਰ ਕਰ ਰਹੇ ਹੋ, ਉੱਥੇ ਤੁਸੀਂ ਅੱਖਾਂ ਮੀਚ ਦਿੰਦੇ ਹੋ, ਚਾਹੇ ਵੱਡੀ ਤੋਂ ਵੱਡੀ ਜ਼ਿਆਦਤੀ ਹੁੰਦੀ ਹੋਵੇ। ਸਾਡੇ ਸਾਹਮਣੇ ਹੁਣ ਮਿਸਾਲਾਂ ਨੇ ਆ ਬੜੀਆਂ। ਯੂਕਰੇਨ ਤੋਂ ਪਹਿਲਾਂ ਕਸ਼ਮੀਰ 'ਚ ਕੀ ਹੋਇਆ, ਕਿੰਨੇ ਕੁ ਵਾਰੀ ਇੱਥੇ ਰੌਲਾ ਪਿਆ। ਉਦੋਂ ਤਾਂ ਸਾਡੇ ਇੱਥੋਂ BC ਵਿੱਚ ਵੀ ਸਿਆਸਤਦਾਨ ਕਹਿ ਰਹੇ ਸੀ ਕਿ ਫੈਡਰਲ ਮਾਮਲਾ, ਅਤੇ ਫੈਡਰਲ ਸਿਆਸਤਦਾਨ ਕਹਿ ਰਹੇ ਸੀਗੇ ਅਸੀਂ ਨਿਊਟਰਲ ਲੈਣਾ ਚਾਹੁੰਦੇ ਹਾਂ। ਲੋਕਾਂ ਨੂੰ ਮੂੰਹ ਚੋਂ ਪੜ ਕੇ ਘਰਾਂ ਨੂੰ ਤੋਰਤਾ। ਪਰ ਯੂਕਰੇਨ ਦੇ ਮਾਮਲੇ 'ਚ ਸਾਰੇ ਇਕੱਠੇ ਹੋ ਗਏ। ਸੋ ਇਹ ਵੇਖਣਾ ਪੈਣਾ ਕਿ ਕਿਹਨਾਂ ਨੂੰ ਤੁਸੀਂ ਵਿਕਟਿਮ ਸਮਝਦੇ ਹੋ, ਕਿਹਨਾਂ ਵਿਕਟਿਮਸ ਜਾਂ ਕਿਹਨਾਂ ਪੀੜਤਾਂ ਲਈ ਤੁਹਾਡੇ ਮਨ 'ਚ ਕੋਈ ਕਿਸੇ ਕਿਸਮ ਦੀ ਭਾਵਨਾ ਹੈ, ਜਾਂ ਕੋਈ ਕਰੁਣਾ ਹੈ, ਜਾਂ ਦਇਆ ਹੈ, ਜਾਂ ਕਿਹਨਾਂ ਦੀ ਤੁਸੀਂ ਬੁੱਕਤ ਸਮਝਦੇ ਹੋ। ਸੋ ਚਿੱਟੀ ਸਿੰਘਪੁਰਾ ਦੇ ਜਿਹੜੇ ਪੀੜਤ ਨੇ ਉਹ ਇਹਨਾਂ ਦੇ ਰਡਾਰ 'ਤੇ ਹੈ ਨਹੀਂ। ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਅਸੀਂ ਇੱਥੇ ਬਹਿ ਕੇ ਏਅਰ ਇੰਡੀਆ ਦੇ ਮਾਮਲੇ 'ਚ ਸਵਾਲਾਂ ਦੇ ਜਵਾਬ ਨਹੀਂ ਲੈ ਸਕੇ, ਤਾਂ ਇਸ ਗੱਲ ਦੀ ਉਮੀਦ ਆਪਾਂ ਕਿਵੇਂ ਕਰ ਸਕਦੇ ਕਿ ਚਿੱਟੀ ਸਿੰਘਪੁਰਾ ਦੇ ਜਵਾਬ ਅਸੀਂ ਲੈ ਸਕਾਂਗੇ। ਇਹ ਤਾਂ ਜਦੋਂ ਵੀ ਇਸ ਦੇ ਬਾਰੇ ਕੋਈ ਪਹਿਲ ਕਦਮੀ ਹੋਵੇ, ਅਸੀਂ ਉਸ ਨੂੰ ਚੰਗਾ ਸ਼ਗਨ ਸਮਝਾਂਗੇ। ਪਰ ਉਮੀਦਾਂ ਬਹੁਤ ਘੱਟ ਨੇ, ਕਿਉਂਕਿ ਭਾਰਤ ਤੋਂ ਤਾਂ ਉਮੀਦ ਕਰ ਨਹੀਂ ਸਕਦੇ। ਜੇ ਚਿੱਟੀ ਸਿੰਘਪੁਰਾ ਦੇ ਪੂਰੇ ਵਰਤਾਂਤ ਨੂੰ ਸਮਝੀਏ, ਦੇਖੋ ਸਾਰਿਆਂ ਨੂੰ ਆਪਾਂ ਕ੍ਰਮਵਾਰ ਦੇਖੀ ਸਾਰੇ ਮਸਲੇ ਨੂੰ। ਪਹਿਲਾਂ ਤਾਂ ਉਹਨਾਂ ਨੇ ਹੋਲੀ ਦੇ ਮੌਕੇ 'ਤੇ ਇਹ ਸਾਰਾ ਕੁਝ ਹੋਇਆ, 36 ਸਿੱਖਾਂ ਨੂੰ ਉਸ ਪਿੰਡ 'ਚੋਂ ਕੱਢ ਕੇ ਕਤਾਰ 'ਚ ਖੜਾ ਕੇ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ। ਔਰ ਪ੍ਰਭਾਵ ਇਹ ਦਿੱਤਾ ਗਿਆ ਕਿ ਜੀ ਇਹ ਇਸਲਾਮਿਕ ਕਰੜਪੰਥੀਆਂ ਨੇ ਕਾਰਾ ਕੀਤਾ, ਜਿਹੜੇ ਪਾਕਿਸਤਾਨ ਤੋਂ ਆਏ ਸੀਗੇ। ਇਹੀ ਰੌਲਾ ਪਾਇਆ ਸੀ। ਹਾਲਾਂਕਿ ਜਥੇਬੰਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਸੀ ਲਈ ਹੋਈ, ਫਿਰ ਵੀ ਮੀਡੀਆ 'ਚ ਪ੍ਰਚਾਰ ਇਹ ਹੋਇਆ ਕਿ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਕੇਂਦਰ 'ਤੇ ਪ੍ਰੈਸ਼ਰ ਪੈਂਦਾ ਕਿ ਵੀ ਮਸਲੇ ਦਾ ਹੱਲ ਕਰੋ। ਪ੍ਰੈਸ਼ਰ ਤੋਂ ਪਿੱਛੋਂ 5 ਕਸ਼ਮੀਰੀ ਚੁੱਕੇ ਜਾਂਦੇ ਆ, ਉਹਨਾਂ ਦੇ ਮੁਕਾਬਲੇ ਬਣਾਏ ਜਾਂਦੇ, ਇਹ ਕਹਿ ਕੇ ਕਿ ਜਿਹੜੇ ਪੱਥਰੀਬਾਲ ਇਲਾਕੇ ਦੇ ਲੋਕ ਨੇ, ਇਹ ਲੋਕ ਇਸ ਕਤਲੇਆਮ ਵਿੱਚ ਸ਼ਾਮਲ ਸੀਗੇ, ਇਹ ਪਾਕਿਸਤਾਨ ਤੋਂ ਆਏ ਸੀ। ਫਿਰ ਪ੍ਰੋਟੈਸਟ ਹੁੰਦਾ, ਫਿਰ ਪ੍ਰੋਟੈਸਟਾਂ ਦੇ ਗੋਲੀਆਂ ਲੱਗੀਆਂ ਜਾਂਦੀਆਂ, 9 ਵਿਅਕਤੀ ਮਰਦੇ ਨੇ। ਅਖੀਰ 'ਚ ਉਹ ਲਾਸ਼ਾਂ ਕੱਢੀਆਂ ਗਈਆਂ ਪ੍ਰੈਸ਼ਰ ਥੱਲੇ ਆ ਕੇ, ਜਿਹੜੇ ਲੋਕਾਂ ਨੂੰ ਨੱਪਿਆ ਗਿਆ ਸੀਗਾ, ਜਿਸ ਤੋਂ ਇਸ ਗੱਲ ਦੀ ਤਸਦੀਕ ਹੋਈ ਕਿ ਵਾਕਈ ਸਥਾਨਕ ਲੋਕ ਸੀਗੇ, ਪਾਕਿਸਤਾਨ ਤੋਂ ਨਹੀਂ ਸੀ ਆਏ ਹੋਏ। ਫਿਰ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਜ਼ਾਹਰਾ ਤੌਰ 'ਤੇ ਕਿ ਇਹ ਸਾਰਾ ਕੁਝ ਕਵਰ ਅਪ ਕੀਤਾ ਜਾ ਰਿਹਾ। ਇਨ ਦਾ ਮੀਨ ਟਾਈਮ ਮੈਡਲਿਨ ਅਲਬਰਟ ਦੀ ਕਿਤਾਬ ਨੇ ਭਾਂਬੜ ਮਚਾਤੇ। ਪਰ ਇਹ ਸਾਰੀਆਂ ਕੜੀਆਂ ਨੂੰ ਜੋੜ ਕੇ ਵੇਖੋ, ਇੱਕ ਗੱਲ ਤਾਂ ਕਲੀਅਰ ਹੈ ਕਿ 50 ਵਿਅਕਤੀ ਮਾਰੇ ਗਏ ਉੱਥੇ, 36 ਸਿੱਖ, 5 ਕਸ਼ਮੀਰੀ, ਅਤੇ ਇਸ ਤੋਂ ਇਲਾਵਾ 9 ਜਿਹੜੇ ਵਿਖਾਵਾ ਕਰੀ। ਉਹਨਾਂ 50 ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਸਰਕਾਰ ਹੈ ਸਿੱਧੇ ਤੌਰ 'ਤੇ। ਪਰ ਉਸ ਮਾਮਲੇ ਨੂੰ ਕੋਈ ਕਿਸੇ ਤਨ ਪਤਨ ਨੂੰ ਗੱਲ ਨਹੀਂ ਲੱਗੀ। ਇਨ ਦਾ ਮੀਨ ਟਾਈਮ ਜਿਹੜੀ ਵੱਡੀ ਡਿਵੈਲਪਮੈਂਟ ਇੱਕ ਹੋਰ ਹੋਈ ਕਿ B ਰਮਨ ਦੀ ਕਿਤਾਬ ਬਾਹਰ ਆਉਂਦੀ ਹੈ, ਜਿਹੜਾ ਰॉ ਦਾ ਪਹਿਲਾਂ ਇੱਕ ਮੁਖੀ ਰਿਹਾ। ਉਸ ਕਿਤਾਬ ਦੇ ਵਿੱਚੋਂ ਇੱਕ ਅਹਿਮ ਖੁਲਾਸਾ ਕਰਦਾ, ਉਹ ਲਿਖਦਾ ਕਿ ਜਦੋਂ VP ਸਿੰਘ ਦੀ ਸਰਕਾਰ ਸੀ, ਜਿਹੜੀ ਲੰਗੜੀ ਸਰਕਾਰ ਸੀ, ਜਿਸ ਨੂੰ BJP ਨੇ ਸਮਰਥਨ ਦਿੱਤਾ ਹੋਇਆ ਸੀ, ਉਸ ਵੇਲੇ ਇੱਕ ਪ੍ਰਪੋਜ਼ਲ ਆਈ ਸਾਡੇ ਕੋਲ ਕਿ RSS ਦੇ ਲੋਕਾਂ ਨੂੰ ਟ੍ਰੇਨ ਕਰਕੇ ਕਸ਼ਮੀਰ ਭੇਜਿਆ ਜਾਵੇ ਤਾਂ ਜੋ ਕਾਊਂਟਰ ਇੰਸਰਜੈਂਸੀ ਸਾਡੇ ਕੰਮ ਆ ਸਕਣ। ਇਸ ਪ੍ਰਪੋਜ਼ਲ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਜਾਂ ਦਫਨ ਕਰ ਦਿੱਤਾ ਗਿਆ। ਕੋਈ ਵਜ੍ਹਾ ਨਹੀਂ ਕਿ ਇਹ ਪ੍ਰਪੋਜ਼ਲ ਉਦੋਂ ਇੰਪਲੀਮੈਂਟ ਨਹੀਂ ਹੋਈ ਹੋਵੇਗੀ ਜਦੋਂ BJP ਹੁਕੂਮਤ ਆਈ ਹੈ। ਜਦੋਂ ਅਸੀਂ ਸ਼੍ਰੀਕਾਂਤ ਪੁਰੋਹਿਤ ਦੀ ਗੱਲ ਕਰਦੇ ਹਾਂ ਜਾਂ ਪੁੰਸਾਲਾ ਅਕੈਡਮੀ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੇ ਲੋਕਾਂ ਦੀ ਫੌਜੀ ਟ੍ਰੇਨਿੰਗ ਲੈ ਕੇ ਫੌਜ ਵਿੱਚ ਘੁਸਪੈਠ ਕਰਵਾਈ ਗਈ, ਜਿਹੜੇ ਬਾਅਦ ਸਮਝੌਤਾ ਬਲਾਸਟ ਲਈ ਜ਼ਿੰਮੇਵਾਰ ਪਾਏ ਗਏ, ਇਹ ਸਾਰੀਆਂ ਕੜੀਆਂ ਨੂੰ ਜੋੜ ਕੇ ਵੇਖੋ ਤਾਂ ਇਸ ਗੱਲ ਦੀ ਸੰਭਾਵਨਾ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਜੋ ਕਲਿੰਟਨ ਨੇ ਗੱਲ ਕਹੀ ਸੀਗੀ। ਪਰ ਜੇ ਕਲਿੰਟਨ ਨੇ ਕਹਿ ਦਿੱਤੀ ਸੀ, ਜਾਂ ਤਾਂ ਉਸ ਗੱਲ 'ਤੇ ਖੜੋਤਾ ਰਹਿੰਦਾ, ਡਟਿਆ ਰਹਿੰਦਾ ਉਸ ਗੱਲ ਦੇ ਉੱਤੇ, ਕਿਤਾਬ 'ਚੋਂ ਹਵਾਲੇ ਕੱਢਣ ਦੀ ਜ਼ਰੂਰਤ ਨਹੀਂ ਸੀ ਪੈਣੀ। ਸਗੋਂ ਇਹ ਪ੍ਰੈਸ਼ਰ ਪਾਉਂਦੇ ਇੰਡੀਆ 'ਤੇ ਕਿ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਓ, ਅਸੀਂ ਵੀ ਤੁਹਾਡੇ ਕੁਛ ਬਾਹਰੋਂ ਭੇਜਾਂਗੇ ਜਿਹੜੇ ਮਾਹਿਰ ਨੇ, ਸਾਂਝੀ ਪੜਤਾਲ ਕਰਵਾਈ ਜਾਵੇ। ਪਰ ਕੁਝ ਵੀ ਨਹੀਂ ਹੋਇਆ। ਇੰਨੇ ਸਾਲ ਬੀਤ ਜਾਣ ਦੇ ਬਾਅਦ ਅੱਜ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਸਰਕਾਰ ਹੀ ਉਹਨਾਂ ਦੀ ਹੈ। ਪਰ ਇਹ ਜ਼ਿੰਮੇਵਾਰੀ ਬਿਲਕੁਲ ਬਣਦੀ ਇੱਥੋਂ ਦੀ ਜਥੇਬੰਦੀਆਂ ਦੀ, ਜਿਹੜੇ ਇੱਥੇ ਆਪਣੀ ਜਿਹਨੂੰ ਕਹਿੰਦੇ ਨਾ ਕਿ ਬਹੁਤ ਉਹਨਾਂ ਨੇ ਚੌਧਰ ਉਹਨਾਂ ਦੀ ਚੱਲਦੀ ਹੈ, ਇੱਥੇ ਸਰਕਾਰੀ ਦਰਬਾਰੇ ਉਹਨਾਂ ਦੀ ਚੱਲਦੀ ਹੈ ਪੁੱਛ ਪੜਤੀਤ ਹੈ। ਇਹ ਉਹਨਾਂ ਨੂੰ ਸਵਾਲ ਕਰਨਾ ਬਣਦਾ ਕਿ ਤੁਸੀਂ ਕੀ ਕੀਤਾ ਹੁਣ ਤੱਕ, ਇਹ ਇਹਨਾਂ ਦਾ ਫਰਜ਼ ਬਣਦਾ ਸੀਗਾ। ਇੱਕ ਗੱਲ ਇਸ ਦੇ ਵਿੱਚ ਇਹ ਵੀ ਹੈ ਕਿ ਬੇਸ਼ੱਕ ਅੱਜ ਸਾਡੇ ਦਰਮਿਆਨ ਮੈਡਲਿਨ ਐਲਬਰਾਈਟ ਜਿਹੜੇ
ਇਸ ਕਿਤਾਬ ਦੇ ਲਿਖਾਰੀ ਵੀ ਸਨ, ਜਿਹੜੇ ਬਾਕਾਇਦਾ ਤੌਰ 'ਤੇ ਇਸ ਘਟਨਾ ਨੂੰ ਜਿਨ੍ਹਾਂ ਨੇ ਕਲਮਬੰਦ ਕੀਤਾ ਉਹ ਸਾਡੇ ਵਿਚਕਾਰ ਨਹੀਂ ਰਹੀ। ਅਤੇ ਇਹ ਵੀ ਇੱਕ ਲੋੜ ਹੈ ਕਿ ਉਹਨਾਂ ਦੀ ਉਸ ਗੱਲ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਏ। ਪਰ ਅੱਜ ਬਿਲ ਕਲਿੰਟਨ ਤਾਂ ਸਾਡੇ ਵਿਚਕਾਰ ਨੇ, ਉਹ ਤਾਂ ਜੀਵਤ ਨੇ, ਉਹ ਅਜੇ ਇਸ ਹੋਸ਼-ਹਵਾਸ ਦੇ ਵਿੱਚ ਵੀ ਨੇ, ਸਰੀਰਕ ਤੌਰ 'ਤੇ ਵੀ ਰਿਸ਼ਟ-ਪੁਸ਼ਟ ਨੇ। ਇਹ ਉਹਨਾਂ ਦੀ ਸਟੇਟਮੈਂਟ ਸੀ ਜਿਹੜੀ ਕਿ ਐਲਬਰਾਈਟ ਨੇ ਮੈਂਸ਼ਨ ਕੀਤੀ ਆਪਣੀ ਕਿਤਾਬ ਦੇ ਵਿੱਚ, ਜਿਸ ਦਾ ਹਵਾਲਾ ਦਿੱਤਾ ਕਿ ਕਲਿੰਟਨ ਨੇ ਇਹ ਕਿਹਾ ਕਿ ਜਦੋਂ ਇਹ ਸਿੱਖ ਬੇਗੁਨਾਹ ਮਾਰੇ ਗਏ, ਇਹਨਾਂ 'ਤੇ ਹਮਲਾਵਰ ਜਿਹੜੇ ਸਨ ਉਹਨਾਂ ਲਈ ਦੋਸ਼ੀ ਜਿਹੜੇ ਸਨ ਉਹ ਹਿੰਦੂ ਕੱਟੜਪੰਥੀ ਸਨ। ਅਤੇ ਨਾਲ ਉਹਨੇ ਇਹ ਵੀ ਕਿਹਾ ਕਿ ਇਸ ਗੱਲ ਦੇ ਪ੍ਰਤੀ ਮੈਂ ਇਹ ਸੋਚਦਾ ਕਿ ਜੇ ਮੈਂ ਉੱਥੇ ਨਾ ਜਾਂਦਾ ਤਾਂ ਇਹ ਕਤਲੇਆਮ ਨਾ ਹੁੰਦਾ। ਜੇ ਉਹਨਾਂ ਨੇ ਇਸ ਗੱਲ ਨੂੰ ਸੋਧ ਵੀ ਦਿੱਤਾ ਕਿ ਉਹ ਕੱਟੜਵਾਦੀ ਹਮਲਾਵਰ ਸਨ, ਬਾਅਦ ਦੇ ਵਿੱਚ ਸ਼ਬਦ ਕਢਾ ਵੀ ਦਿੱਤੇ, ਪਰ ਇਸ ਗੱਲ ਤੋਂ ਬਿਲ ਕਲਿੰਟਨ ਨੇ ਕਦੇ ਇਨਕਾਰ ਨਹੀਂ ਕੀਤਾ ਕਿ ਇਹ ਜੋ ਮੈਡਲਿਨ ਐਲਬਰਾਈਟ ਨੇ ਆਪਣੀ ਕਿਤਾਬ ਦੇ ਵਿੱਚ ਮੇਰਾ ਕੋਟੇਸ਼ਨ, ਮੇਰਾ ਹਵਾਲਾ ਦਿੱਤਾ ਹੈ, ਇਹ ਆਪਣੇ ਕੋਲੋਂ ਘੜ ਕੇ ਦਿੱਤਾ। ਇਹਨੂੰ ਕਦੇ ਉਹਨਾਂ ਨੇ ਰੱਦ ਵੀ ਨਹੀਂ ਕੀਤਾ, ਇਹ ਤੋਂ ਇਨਕਾਰ ਵੀ ਨਹੀਂ ਕੀਤਾ। ਜਾਂ ਤਾਂ ਉਹ ਇਸ ਗੱਲ ਨੂੰ ਨਾ ਮੰਨਦੇ, ਉਹ ਇਸ ਗੱਲ ਨੂੰ ਤਸਲੀਮ ਕਰ ਰਹੇ ਨੇ ਕਿ ਹਾਂ ਇਹ ਜਿਹੜਾ ਹੈ ਕੁਝ ਹੋਇਆ, ਮੇਰੇ ਜਾਣ ਕਾਰਨ ਹੋਇਆ। ਹੁਣ ਇਸ ਗੱਲ ਲਈ ਬਿਲ ਕਲਿੰਟਨ ਜਿਹੜੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਬਹੁਤ ਇੱਕ ਪ੍ਰਤਿਸ਼ਠਿਤ ਰਾਜਨੀਤੀਵਾਨ ਕੇ ਅਖਵਾਉਂਦੇ ਨੇ, ਉਹਨਾਂ ਦੀ ਪਤਨੀ ਹਿਲੇਰੀ ਕਲਿੰਟਨ ਵੀ ਦਾਅਵੇਦਾਰੀ ਇਸ ਗੱਲ ਦੇ ਵਿੱਚ ਅਜੇ ਵੀ ਕਰਦੇ ਨੇ। ਬੜੇ ਸਾਡੇ ਭਾਈਚਾਰੇ ਦੇ ਲੋਕ ਵੀ ਉਹਨਾਂ ਦੇ ਸਰਕਲ 'ਚ ਨੇ। ਇੰਡੀਆ ਨਾਲ ਵੀ ਉਹਨਾਂ ਦਾ ਤਾਲਮੇਲ ਲਗਾਤਾਰ ਰਹਿੰਦਾ ਹੈ। ਇਨਸਾਨੀਅਤ ਦੇ ਜਜ਼ਬੇ ਅਨੁਸਾਰ ਜੇ ਕਿਤੇ ਇਹ ਸੋਚਿਆ ਜਾਏ ਕਿ ਤੁਸੀਂ ਜਿਨ੍ਹਾਂ ਕਤਲਾਂ ਦੇ ਲਈ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਆਪਣੇ ਆਪ ਨੂੰ ਖੁਦ ਮੰਨਦੇ ਹੋ ਕਿ ਜੇ ਮੈਂ ਨਾ ਜਾਂਦਾ ਤਾਂ ਨਾ ਲੋਕ ਮਰਦੇ, ਅਤੇ ਜੇ ਤੁਸੀਂ ਮੰਨਦੇ ਹੋ ਤਾਂ ਅੱਜ ਉਹਨਾਂ ਦੇ ਇਨਸਾਫ ਲਈ ਆਵਾਜ਼ ਉਠਾਓ। ਏਡੇ ਵੱਡੇ ਪੋਲੀਟੀਸ਼ੀਅਨ ਏਡੇ ਵੱਡੇ ਅਹੁਦੇ 'ਤੇ ਬੈਠੇ, ਜੇ ਹੁਣ ਤੱਕ ਗੱਲ ਨਹੀਂ ਵੀ ਹੋਈ, ਸੋ ਹੁਣ ਚਾਹੇ ਐਲਬਰਾਈਟ ਦੇ ਦੇਹਾਂਤ ਤੋਂ ਬਾਅਦ ਹੀ ਲੋਕਾਂ ਦੇ ਮਨਾਂ 'ਚ ਇਹ ਗੱਲ ਉੱਠੇ, ਤਾਂ ਇੱਕ ਮਾਹੌਲ ਇਹੋ ਜਿਹਾ ਬਣਨਾ ਚਾਹੀਦਾ ਕਿ ਕਲਿੰਟਨ ਨੂੰ ਇਸ ਗੱਲ ਲਈ ਜਵਾਬਦੇਹ ਬਣਾਇਆ ਜਾਏ ਕਿ ਆਪਣੇ ਕਾਊਂਟਰ ਪਾਰਟਸ ਉਸ ਵੇਲੇ ਜਿਹੜੇ ਵਾਜਪਾਈ ਸਨ ਜਾਂ ਜਿਨ੍ਹਾਂ ਨੂੰ ਤੁਸੀਂ ਮਿਲੇ ਹੋ ਜਾਂ ਉਸ ਸਮੇਂ ਦੀ ਸਰਕਾਰ ਅਤੇ ਅੱਜ ਦੀ ਸਰਕਾਰ ਉਹੀ ਹੈ, ਅਤੇ ਇਸ ਲਈ ਜ਼ਰੂਰ ਆਵਾਜ਼ ਉਠਾਓ। ਦੇਖੋ, ਅਮਰੀਕਾ ਦੇ ਵਿੱਚ ਕਈ ਸਿਰਕੱਢ ਸਿੱਖ ਲੀਡਰ ਨੇ ਜਿਨ੍ਹਾਂ ਦੇ ਟੀਵੀ ਚੈਨਲ ਵੀ ਚੱਲਦੇ ਉੱਥੇ ਜੀ, ਬੜੀ ਪੁੱਛਪੜਤੀ ਵੀ ਹੈ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਉੱਠਣੀ ਬੈਠਣੀ ਹੈ। ਹਿਲਰੀ ਦੀ ਸਪੋਰਟ ਕਰਨ ਵਾਲੇ ਵਿੱਚ ਵੀ ਕਈ ਮੂਹਰੇ ਸੀਗੇ। ਉਹਨਾਂ ਨੂੰ ਚਾਹੀਦਾ ਕਿ ਹੁਣ ਨਗਰ ਕੀਰਤਨਾਂ ਦਾ ਟਾਈਮ ਗਿਆ, ਹੁਣ ਕੁਝ ਉਹਨਾਂ ਤੋਂ ਲੈ ਲਵੋ। ਹੁਣ ਹਿਲਰੀ ਕਲਿੰਟਨ ਵੀ ਉਸ ਅਹੁਦੇ 'ਤੇ ਬੈਠੀ ਰਹੀ ਹੈ ਬਾਅਦ ਜਿੱਥੇ ਮੈਡਲਿਨ ਐਲਬਰਾਈਟ ਬੈਠੀ ਸੀਗੀ। ਇਕੱਲਾ ਹਿਲਰੀ ਕਲਿੰਟਨ ਉਹਦੀ ਘਰ ਵਾਲੀ ਨਹੀਂ ਹੈ, ਬਿਲ ਕਲਿੰਟਨ ਉਸ ਦੀ ਆਪਣਾ ਵੀ ਵਜੂਦ ਹੈ। ਸੋ ਅਜੇ ਵੀ ਮੌਕਾ ਹੈ, ਤੁਹਾਡੇ ਕੋਲ ਟਾਈਮ ਹੈ, ਇਸ ਗੱਲ 'ਤੇ ਜ਼ੋਰ ਦਿਓ। ਜੇ ਇੰਡੀਆ 'ਚ ਬੈਠੇ ਲੋਕ ਇੱਕ ਸਮਾਂ ਵਿਹਾ ਚੁੱਕਿਆ ਮੁੱਦਾ, ਉਸ ਦੀ ਫਿਲਮ ਬਣਾ ਕੇ ਅੱਜ ਉਹਨੂੰ ਪ੍ਰਚਾਰ ਕੇ ਇੰਨਾ ਕਰੋੜਾਂ ਰੁਪਈਆ ਕਮਾ ਗਏ, ਜਿਹੜਾ ਮੁੱਦਾ ਸਮਾਂ ਵਿਹਾ ਚੁੱਕਿਆ, ਮੈਂ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ, ਕਿਉਂਕਿ ਸਮਾਂ ਤਾਂ ਵਿਹਾ ਚੁੱਕਿਆ ਕਿ ਜਿਨ੍ਹਾਂ ਲੋਕਾਂ ਦੀ ਉਹ ਗੱਲ ਕਰ ਰਹੇ ਨੇ ਉਹਨਾਂ ਨੂੰ ਤਾਂ ਸਟੇਟ ਨੇ ਫਿਰ ਵੀ ਇਨਸਾਫ ਕਿਸੇ ਰੂਪ 'ਚ ਦਿਵਾਉਣ ਦੇ ਲਈ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਕਸ਼ਮੀਰ ਦੇ ਵਿੱਚ, ਜਾਂ ਤਾਂ ਨਾ ਕੀਤੀਆਂ ਹੋਣ। ਅੱਜ ਉਹਨਾਂ ਨੇ ਕਸ਼ਮੀਰ 'ਤੇ ਧਾਰਾ 370 ਤੋੜਦੀ ਹੈ। ਹੁਣ ਤਾਂ ਇਹ ਗੱਲ ਕਹਿਣ ਦਾ ਮਤਲਬ ਹੀ ਨਹੀਂ ਰਹਿ ਗਿਆ ਕਿ ਕਸ਼ਮੀਰੀ ਪੰਡਤਾਂ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜੇ ਤੁਸੀਂ ਕਸ਼ਮੀਰ ਸਿੱਧੇ ਤੌਰ 'ਤੇ ਦਿੱਲੀ ਦੇ ਅੰਗੂਠੇ ਥੱਲੇ ਲੈ ਆਏ ਹੋ ਤਾਂ ਲਿਜਾਓ ਉਹਨਾਂ ਪੰਡਤਾਂ ਨੂੰ ਵਸਾ ਦਿਓ ਕਸ਼ਮੀਰ ਦੇ ਵਿੱਚ। ਡਰ ਕਾਹਦਾ, ਰੁਕਾਵਟ ਕਾਹਦੀ ਹੈ? ਤੁਹਾਡੇ ਬਾਪ ਦਾ ਰਾਜ ਹੈ ਇਸ ਟਾਈਮ। ਇਹ ਗੱਲਾਂ ਬੜੀਆਂ ਅਜੀਬ ਜਿਹੀਆਂ ਨੇ। ਮਤਲਬ ਜਿਹੜਾ ਵਿਸ਼ਾ ਸਮਾਂ ਵਿਹਾ ਚੁੱਕਾ ਉਸ 'ਤੇ ਫਿਲਮ ਬਣਦੀ ਹੋਵੇ, ਕਰੋੜਾਂ ਰੁਪਏ ਦੀ ਕਮਾਈ ਹੋ ਰਹੀ ਹੋਵੇ, ਵਿਦੇਸ਼ਾਂ ਵਿੱਚ ਉਹਨਾਂ ਦੇ ਏਜੰਟ ਉਸ ਫਿਲਮ ਨੂੰ ਪ੍ਰਮੋਟ ਕਰਦੇ ਹੋਣ, ਅਤੇ ਉਹਦੇ ਟਾਰਗੇਟ 'ਤੇ ਜਿਹੜੇ ਇੱਥੇ ਬੈਠੇ ਮੁੱਛਾਂ ਨੂੰ ਵੱਢ ਲਈ ਜਾਂਦੇ ਆ, ਕੋਈ ਪੰਥਕ ਕਹਾਉਂਦਾ ਆਪਣਾ ਨੂੰ ਕੁਝ ਕਹਾਉਂਦਾ। ਇਹਨਾਂ ਨੇ ਕੀ ਕੀਤਾ? ਉਸ ਦੇ ਉਲਟ ਕਿਹੜੀ ਕਾਰਵਾਈ ਇਹੋ ਜਿਹੀ ਪਾਈ ਜਿਸ ਦੇ ਵਿੱਚ ਅਸੀਂ ਕਹਿ ਸਕੀਏ ਕਿ ਹਾਂ ਕੋਈ ਕਾਮਯਾਬੀ ਮਿਲੀ ਹੋਵੇ? ਘੱਟੋ ਘੱਟ ਆਹ ਟਾਈਮ ਮੰਗਦਾ ਕਿ ਜਿਹੜਾ ਮਤਲਬ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਜਿਹੜਾ ਚੱਟੀ ਸਿੰਘਪੁਰਾ ਜੋ ਕਾਂਡ ਹੋਇਆ, ਅਮਰੀਕਾ ਸਰਕਾਰ ਦੇ ਐਡੇ ਵੱਡੇ ਅਧਿਕਾਰੀ ਨੇ ਜੇ ਮੰਨਿਆ ਕਿ ਉਸ ਦੇ ਜਾਣ ਕਰਕੇ ਹੋਇਆ, ਉਸ ਇਖਲਾਕੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕੋਈ ਤਾਂ ਪ੍ਰੈਸ਼ਰ ਬਿਲਡ ਕਰਨ। ਪਰ ਗੱਲ ਤਾਂ ਉਹੀ ਤਾਂ ਹੀ ਹੋਏਗੀ ਨਾ ਜੇ ਸਾਡੇ ਲੀਡਰ ਸੁਹਿਰਦ ਹੋਣਗੇ, ਜੇ ਉਹ ਚੁੱਕ ਕੇ ਅੱਡੀਆਂ ਚੁੱਕ ਕੇ ਜ਼ੋਰ ਲਾ ਕੇ ਕੁਝ ਕਰਾਉਣਗੇ, ਜਾਂ ਜਿਹੜਾ ਸਾਡਾ ਦੇਸੀ ਮੀਡੀਆ ਜਿਹਦੀ ਤੂਤੀ ਬੋਲਦੀ ਅਮਰੀਕਾ 'ਚ ਉਹ ਇਸ ਮੁੱਦੇ ਨੂੰ ਚੁੱਕੇ। ਮੈਨੂੰ ਨਹੀਂ ਪਤਾ ਚੱਟੀ ਸਿੰਘਪੁਰਾ ਦੇ ਕਿੰਨੇ ਕੁ ਟੀਵੀ ਸਟੇਸ਼ਨਾਂ ਨੇ, ਰੇਡੀਓ ਸਟੇਸ਼ਨਾਂ ਨੇ ਜਿਹੜੇ ਦੇਸੀਆਂ ਦੀ ਗੱਲ ਕਰਦਾ ਮੈਂ, ਇਸ ਮੁੱਦੇ 'ਤੇ ਗੱਲ ਵੀ ਕੀਤੀ ਹੈ, ਕਿੰਨੇ ਨੇ ਕਵਰੇਜ ਕੀਤੀ ਇਸ ਚੀਜ਼ ਦੀ, ਕਿੰਨੇ ਇਸ ਮੁੱਦੇ 'ਤੇ ਚਰਚਾ ਕੀਤੀ ਹੈ। ਮੈਡਲਾਈਨ ਐਲਬਰਟ ਦੀ ਚੜ੍ਹਾਈ ਤੋਂ ਬਾਅਦ ਕਿੰਨਿਆਂ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਹਾਂ ਇਹ ਉਹ ਬੀਬੀ ਹੈ ਜਿਸਨੇ ਇਹ ਇੰਪੋਰਟੈਂਟ ਗੱਲ ਆਖੀ ਸੀ, ਅਤੇ ਅੱਜ ਆਪਾਂ ਉਸ ਗੱਲ ਨੂੰ ਲੈ ਕੇ ਕਿੱਥੇ ਤੱਕ ਜਾ ਸਕਦੇ ਹਾਂ। ਇਹਦਾ ਚਿੰਤਨ ਉਹਨੂੰ ਆਪ ਨੂੰ ਕਰਨਾ ਪੈਣਾ। ਜਦੋਂ ਤੱਕ ਅਸੀਂ ਸੁਹਿਰਦ ਨਹੀਂ ਗਏ, ਇਸ ਗੱਲ ਦੀ ਆਸ ਨਾ ਕਰੋ ਕਿ ਅਮਰੀਕਾ ਸਰਕਾਰ ਆਪ ਮੁਹਾਰੇ ਕੁਝ ਕਰੂਗੀ। ਬਿਲਕੁਲ। ਸੋ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਸੱਚਾਈ ਇਹ ਹੈ ਜੀ, ਜਦੋਂ ਇਹ ਦੇਹਾਂਤ ਹੋਇਆ ਮੈਡਲਿਨ ਐਲਬਰਾਈਟ ਦਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ
ਭਾਰਤ ਦੇ ਵਿੱਚ ਬੈਠੇ ਸਿੱਖ ਲੀਡਰਸ਼ਿਪ ਤੋਂ, ਕੈਨੇਡਾ ਅਮਰੀਕਾ 'ਚ ਬੈਠੇ ਵੱਡੇ ਵੱਡੇ ਸੰਸਥਾਵਾਂ ਦੇ ਆਗੂਆਂ ਜਾਂ ਜਥੇਬੰਦੀਆਂ ਤੋਂ ਕਿਸੇ ਵਿਰਲੇ ਦਾ ਹੀ ਬਿਆਨ ਸੁਣਿਆ ਹੋਵੇਗਾ ਕਿ ਜਿਸ ਨੇ ਕਿਹਾ ਹੋਵੇਗਾ ਕਿ ਉਹ ਔਰਤ ਚਲਾਣਾ ਕਰ ਗਈ ਜਿਸ ਔਰਤ ਨੇ ਇਸ ਮੁੱਦੇ ਨੂੰ ਉਭਾਰਿਆ ਸੀ, ਜਾਂ ਜਿਨ੍ਹਾਂ ਨੇ ਇਸ ਗੱਲ ਦਾ ਧਿਆਨ ਨਾਲ ਪੂਰਾ ਨੋਟਿਸ ਲਿਆ ਹੋਵੇਗਾ। ਬਹੁਤਿਆਂ ਨੇ ਇਸ ਗੱਲ ਨੂੰ ਆਓ ਪਰੇ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਕੁਝ ਚੰਦ ਕੁ ਮੁੱਦੇ ਲੱਗਦੇ ਨੇ ਮਹੱਤਵਪੂਰਨ ਰੋਜ਼ਾਨਾ ਦੀ ਰਾਜਨੀਤੀ ਦੇ ਵਿੱਚ। ਠੀਕ ਹੈ, ਉਹ ਵੀ ਮਹੱਤਵਪੂਰਨ ਨੇ, ਪਰ ਉਹਨਾਂ ਦੀ ਅਹਿਮੀਅਤ ਓਨੀ ਨਹੀਂ ਜਿੰਨੀ ਇਹ ਇੱਕ ਸਿਧਾਂਤਕ ਮੁੱਦੇ ਦੀ ਹੈ। ਦੂਸਰੀ ਗੱਲ, 20 ਮਾਰਚ ਨੂੰ 20ਵੀਂ ਬਰਸੀ ਸੀ ਛੱਟੀ ਸਿੰਘਪੁਰੇ ਦੀ। ਹੁਣ ਆਪਣੇ ਆਪਣੇ ਅੰਦਰ ਝਾਤੀ ਮਾਰੋ, ਇਸ ਮੰਚ ਦੇ ਰਾਹੀਂ ਵੀ ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਕਿੰਨੀਆਂ ਕੁ ਸੰਸਥਾਵਾਂ, ਕਿੰਨੇ ਕੁ ਆਰਗੇਨਾਈਜੇਸ਼ਨ ਨੇ ਵਿਦੇਸ਼ਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਕਸ਼ਮੀਰ 'ਚ, ਭਾਰਤ 'ਚ ਇਸ ਗੱਲ ਲਈ ਦਿਨ ਮਨਾਇਆ ਹੋਵੇ ਕਿ ਬੇਗੁਨਾਹ ਜਿਹੜੇ 36 ਸਿੰਘ ਜਾਂ ਉਹਨਾਂ ਦੇ ਨਾਲ ਬਾਕੀ ਜੁੜ ਕੇ 50 ਦੀ ਗਿਣਤੀ ਹੋ ਜਾਂਦੀ ਹੈ, ਉਹ ਮਾਰੇ ਗਏ, ਉਹਨਾਂ ਨੂੰ ਯਾਦ ਕੀਤਾ ਜਾਏ। ਕਿੰਨਿਆਂ ਕੁ ਨੇ ਉਸ ਦਿਨ 'ਤੇ ਵਿਚਾਰ ਕੀਤੀ, ਮੁਲਾਂਕਣ ਕੀਤਾ। ਅੱਜ ਜੋ ਹੋ ਰਿਹਾ ਉਹ ਜਿਵੇਂ ਜਿਵੇਂ ਹੋ ਰਿਹਾ ਉਸ ਦੇ ਅਨੁਸਾਰ ਹੀ ਹੋ ਰਿਹਾ, ਕਿਉਂਕਿ ਜੇ ਇਸ ਤਰ੍ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਨਾ ਹੁੰਦਾ, ਬਾਬਰੀ ਮਸਜਿਦ ਨਾ ਢਾਈ ਜਾਂਦੀ, ਉਹ ਨਾ ਹੁੰਦਾ, ਗੁਜਰਾਤ ਕਤਲੇਆਮ ਨਾ ਹੁੰਦਾ, ਇਸੇ ਤਰੀਕੇ ਨਾਲ ਜੇਕਰ ਇਹ ਚੱਠੀ ਸਿੰਘਪੁਰਾ ਦੇ ਦੁਖਾਂਤ ਨਾ ਵਾਪਰਦੇ ਤਾਂ ਉਸ ਤੋਂ ਬਾਅਦ ਕਿੰਨੇ ਹੋਰ ਦੁਖਾਂਤ ਜਿਹੜੇ ਵਾਪਰੇ ਆ ਉਹ ਨਾ ਵਾਪਰਦੇ, ਪਰ ਕਿਸੇ ਨੇ ਗੌਰ ਨਹੀਂ ਕੀਤਾ। ਇਹਦਾ ਮਤਲਬ ਇਹ ਹੈ ਕਿ ਸਾਡੀਆਂ ਸੰਸਥਾਵਾਂ, ਸਾਡੇ ਗੁਰਦੁਆਰਾ ਸਾਹਿਬਾਨ, ਉਹ ਵੀ ਇੱਕ ਰਵਾਇਤੀ ਰੂਪ ਦੇ ਵਿੱਚ ਜਿਹੜੇ ਦਿਨ ਤਿਉਹਾਰ ਨੇ ਉਹਨਾਂ ਨੂੰ ਮਨਾ ਕੇ ਚੱਲਦੇ ਬਣਦੇ ਨੇ। ਇਹ ਜ਼ਿੰਮੇਵਾਰੀ ਕਿਹਦੀ ਹੈ? ਇਹ ਸਾਡੀ ਹੈ। ਅਸੀਂ ਇਹਨਾਂ 'ਤੇ ਜੇ ਗੱਲ ਨਹੀਂ ਕਰਨੀ ਤਾਂ ਅਸੀਂ ਧਰਮ ਨੂੰ ਜਦੋਂ ਕਹਿੰਦੇ ਹਾਂ ਰਾਜਨੀਤੀ ਉਹਦੇ ਅਧੀਨ ਹੈ। ਜੇ ਅਸੀਂ ਧਰਮ ਨੂੰ ਸਹੀ ਅਰਥਾਂ 'ਚ ਗੁਰੂ ਨਾਨਕ ਸਾਹਿਬ ਦਾ ਤਖਤ ਰਾਜਾ ਸੋਭੇ ਜੋ ਤਖਤੇ ਲਾਇਕ ਹੋਈ ਇਸ ਦੇ ਅਨੁਸਾਰ ਮੰਨਦੇ ਹਾਂ, ਜੇ ਮੰਨਦੇ ਹਾਂ ਕਿ ਧਰਮ ਉਹ ਰਿਲੀਜਨ ਨਹੀਂ ਜਿਹੜਾ ਕਿ ਕਿਸੇ ਪੱਛਮੀ ਰੂਪ ਦੇ ਵਿੱਚ ਸੀ, ਬਲਕਿ ਜਬਰ ਨਾਲ ਟਾਕਰਾ ਕਰਨ ਵਾਲਾ ਸਿੱਖੀ ਦਾ ਸਿਧਾਂਤ ਹੈ, ਜੇ ਇਹ ਸਿੱਖੀ ਦੇ ਸਿਧਾਂਤ ਨੂੰ ਤੁਸੀਂ ਰਾਜਨੀਤੀ ਦੇ ਨਾਲ ਲੈ ਕੇ ਚੱਲਦੇ ਹੋ ਤਾਂ ਫਿਰ ਸਿੱਧਾ ਰਾਜਨੀਤੀ ਨਾਲ ਟੱਕਰ ਲਓ, ਰਾਜਨੀਤੀ ਨੂੰ ਚੈਲੰਜ ਕਰੋ, ਰਾਜਨੀਤੀ ਨੇ ਜੋ ਕੁਝ ਕੀਤਾ ਉਸ ਦੇ ਬਾਰੇ ਅਵੇਅਰਨੈਸ ਪੈਦਾ ਕਰੋ। ਅਤੇ ਜੇ ਗੁਰਦੁਆਰਿਆਂ ਨੂੰ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਬਣਾਇਆ ਹੋਇਆ ਕਿ ਆਪਣਾ ਠੱਗ ਠੱਕਾ ਚਲਾਉਣਾ, ਤਾਂ ਫਿਰ ਤਾਂ ਅਫਸੋਸ ਵਾਲੀ ਗੱਲ ਹੈ। ਜੇ ਅਸੀਂ ਇਹਨਾਂ ਦਿਨਾਂ ਨੂੰ ਨਹੀਂ ਮਨਾਉਂਦੇ ਨਾ ਤਾਂ ਫਿਰ ਸਾਡੇ ਅਖੰਡ ਪਾਠ, ਸਾਡੇ ਸਹਿਜ ਪਾਠ, ਸਾਡਾ ਰਵਾਇਤੀ ਰੂਪ ਸਿਰਫ ਇੱਕ ਦਿਖਾਵੇ ਮਾਤਰ ਹੈ। ਪਰ ਜੇ ਵੀ ਮਨਾਉਣੇ ਆ ਤੇ ਫਿਰ ਬਾਣੀ 'ਤੇ ਅਸੀਂ ਜਿਹੜਾ ਬਾਣੀ ਨੂੰ ਮੰਨਦੇ ਹਾਂ, ਬਾਣੀ ਦੀ ਮੰਨਦੇ ਹਾਂ, ਫਿਰ ਅਸਲੀ ਗੱਲ ਹੈ। ਮੈਂ ਇਹ ਅਫਸੋਸ ਇਸ ਗੱਲ ਦਾ ਗੁਰਪ੍ਰੀਤ ਸਿੰਘ ਜੀ ਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਅਸੀਂ ਮੁੱਛਾਂ ਨੂੰ ਵੱਟ ਚਾੜ ਕੇ ਵੱਡੇ ਵੱਡੇ ਦਾਅਵੇ ਕਰਦੇ ਹਾਂ ਪੰਥਕ ਹੋਣ ਦੇ ਵੀ। ਇਸ ਦੇ ਨਾਲ ਇਹ ਵੀ ਹੈ ਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਅਨੇਕਾਂ ਨੇ। ਦੇਖੋ, ਜਦੋਂ ਅਸੀਂ ਗੱਲ ਚੱਲਦੀ ਹੈ ਕਿ ਭਾਰਤ ਦੇ ਵਿੱਚ ਕਿਸੇ ਹੋਰ ਦੇ ਨਾਲ, ਪੀੜਤ ਨਾਲ, ਵਿਕਟਮ ਨਾਲ ਕੁਝ ਹੁੰਦਾ ਤਾਂ ਆਵਾਜ਼ ਉਠਾਈ ਜਾਂਦੀ ਹੈ, ਪਰ ਜਦੋਂ ਸਿੱਖ ਦਾਇਰੇ 'ਚ ਗੱਲ ਆ ਜਾਂਦੀ ਹੈ ਤਾਂ ਬਹੁਤ ਸਾਰੀਆਂ ਅਗਾਂਹ ਵਧੂ ਜਥੇਬੰਦੀਆਂ ਚੁੱਪ ਹੀ ਕਰ ਜਾਂਦੀਆਂ ਨੇ। ਇਹ ਮੰਨ ਲੈਂਦੀਆਂ ਨੇ ਕਿ ਇਹ ਆਪਣੀ ਹੋਣੀ ਦਾ ਸ਼ਿਕਾਰ ਹੋਣ। ਅਤੇ ਮੈਂ ਬਹੁਤੀਆਂ ਅਗਾਂਹ ਵਧੂ ਜਥੇਬੰਦੀਆਂ ਦੇ ਵੱਲੋਂ ਵੀ ਇਹ ਨੋਟਿਸ ਲਿਆ, ਦੇਖਿਆ ਨਹੀਂ ਕਿ ਉਹ ਇਹੋ ਜਿਹੇ ਕਤਲੇਆਮ ਦੇ ਖਿਲਾਫ ਬੋਲਣ ਜਿਹੜੀਆਂ ਕਿ ਅੱਜ ਹੋਰ ਵਿਸ਼ਿਆਂ 'ਤੇ ਬੋਲ ਰਹੀਆਂ ਨੇ। ਮੁਸਲਿਮ ਘੱਟ ਗਿਣਤੀ 'ਤੇ ਤਸ਼ੱਦਦ ਹੁੰਦਾ ਸਾਨੂੰ ਤਾਂ ਵੀ ਤਕਲੀਫ ਹੈ, ਪਰ ਜੇ ਸਿੱਖਾਂ 'ਤੇ ਹੁੰਦਾ ਫਿਰ ਉਹ ਜ਼ੁਬਾਨ ਕਈ ਵਾਰ ਬੰਦ ਕਰ ਲੈਂਦੀਆਂ। ਦੇਖੋ, ਗੱਲ ਇਸ ਤਰ੍ਹਾਂ ਕਿ ਇੱਕ ਤਾਂ ਇਹ ਸਾਨੂੰ ਮੰਨਣਾ ਪੈਣਾ ਕਿ ਜੋ ਕੁਝ ਕਸ਼ਮੀਰ 'ਚ ਹੋਇਆ, ਵਾਪਰਿਆ, ਖਾਸ ਤੌਰ 'ਤੇ ਇਸ ਘਟਨਾ ਦੇ ਹਵਾਲੇ ਨਾਲ ਦੀ ਗੱਲ ਕਰੀਏ, ਇਹਦੇ ਵਿੱਚ ਤਾਂ ਸਟੇਟ ਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ ਸਪਸ਼ਟ ਰੂਪ ਦੇ ਵਿੱਚ। ਸਿੱਧੀ ਡਜ਼ਨਟ ਮੈਟਰ ਕਿ ਉੱਥੇ ਸਰਕਾਰ ਕਿਹਦੀ ਸੀ ਜਾਂ ਕਿਹਦੀ ਹੋ ਸਕਦੀ ਸੀ। ਹਾਂਜੀ, ਕਿਉਂਕਿ ਸਰਕਾਰਾਂ ਜਿਹੜੀ ਮਰਜ਼ੀ ਆਈਆਂ ਹੁਣ, ਫੌਜ ਨੇ ਉੱਥੇ ਚਮਦੀਆਂ ਚਲਾਈਆਂ ਨੇ। ਹਾਂਜੀ, ਕਾਂਗਰਸੀਆਂ ਥੱਲੇ ਵੀ ਅਤੇ ਜਨਸੰਘੀਆਂ ਥੱਲੇ ਵੀ। ਹੁਣ ਇੱਕ ਤੁਹਾਨੂੰ ਮੈਂ ਹੋਰ ਨੁਕਤੇ ਦੀ ਗੱਲ ਸੁਣੀ ਚਾਹੁੰਦਾ ਕਿ ਰਿਸ਼ਪਾਲ ਸਿੰਘ ਜੀ ਦੇ ਬਾਰੇ ਮੈਂ ਪਹਿਲਾਂ ਦੱਸਿਆ ਸੀ ਕਿ ਜਿੱਦਾਂ ਮੈਂ ਇੰਟਰਵਿਊ ਸਬਬ ਨਾਲ 20 ਤਾਰੀਖ ਨੂੰ ਕੀਤਾ, ਹਾਂਜੀ, ਉਸਨੇ ਇੱਕ ਗੱਲ ਦਾ ਗਿਲਾ ਕੀਤਾ। ਇਹ ਗੱਲ ਧਿਆਨ ਮੰਗਦੀ ਹੈ। ਉਹ ਕਹਿੰਦਾ ਪੰਜਾਬ ਨੂੰ ਅਸੀਂ ਆਪਣਾ ਪੇਕਾ ਘਰ ਸਮਝਦੇ ਹਾਂ। ਜਦੋਂ ਸਾਨੂੰ ਕੋਈ ਭੀੜ ਪੈਂਦੀ ਹੈ ਅਸੀਂ ਪੰਜਾਬ ਵੱਲ ਵੇਖਦੇ ਹਾਂ, ਆਸ ਲਾ ਕੇ, ਆਸ ਦੀ ਨਜ਼ਰਾਂ ਨਾਲ ਕਿ ਸਾਡੀ ਸ਼ਾਇਦ ਉਹ ਬਾਂਹ ਫੜਨ। ਚੱਟੀ ਸਿੰਘਪੁਰਾ ਦੇ ਹਵਾਲੇ ਨਾਲ ਉਹ ਕਹਿੰਦੇ ਕਿ ਪੰਜਾਬ ਦੀ ਸਰਕਾਰ ਤਾਂ ਹੁਣ ਕੋਈ ਦਿਲਚਸਪੀ ਵੀ ਨਹੀਂ ਲੈ ਰਹੀ। ਕਦੇ ਕੋਈ ਰਵਾਇਤੀ ਤੌਰ 'ਤੇ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ। ਹੁਣ ਪੰਜਾਬ 'ਚ ਨਵੀਂ ਸਰਕਾਰ ਬਣੀ ਹੈ, ਲੋਕਾਂ ਨੇ ਵੀ ਬੜੇ ਚਾਅ ਨਾਲ ਉਹਨਾਂ ਨੂੰ ਚੁਣਿਆ, ਗੈਰ ਕਾਂਗਰਸੀ, ਗੈਰ ਅਕਾਲੀ। ਉਹਨਾਂ ਨੇ ਚੱਟੀ ਸਿੰਘਪੁਰਾ ਦੇ ਹਵਾਲੇ 'ਚ ਕੁਛ ਬਿਆਨ ਉਹਨਾਂ ਦਾ ਆਇਆ ਹੋਵੇ ਅਤੇ ਮੇਰੀ ਜਾਣਕਾਰੀ 'ਚ ਵਾਧਾ ਕਰੋ। ਇਹ ਉਹ ਸਵਾਲ ਕਰ ਰਹੇ ਨੇ ਕਸ਼ਮੀਰ 'ਚ ਬੈਠੇ ਸਿੱਖ ਕਿ ਉਹ ਸਾਡਾ ਪੇਕਾ ਘਰ ਹੈ, ਉਹਨੇ ਵੀ ਸਾਡੀ ਬਾਂਹ ਨਹੀਂ ਫੜੀ ਮੁੜ ਕੇ। ਘੱਟੋ ਘੱਟ ਉਹ ਸਟੇਟ ਦੇ ਗੌਰਮੈਂਟ ਦੇ ਤੌਰ 'ਤੇ ਵੀ ਨਾਲ ਖੜ੍ਹ ਜਾਂਦੀ, ਉਹਨਾਂ ਦੇ ਜਵਾਬ ਮੰਗਦੀ ਕੇਂਦਰ ਤੋਂ। ਦੇਖੋ, ਕੁਝ ਗੱਲਾਂ ਹੋਈਆਂ ਕੁਝ ਲੀਡਰਾਂ ਵੱਲੋਂ, ਜਿਵੇਂ ਮਨੋਹਰ ਸਿੰਘ ਗਿੱਲ ਨੇ ਵੀ ਠੋਕ ਕੇ ਕਿਹਾ ਕਿ CBI ਇਨਕੁਆਇਰੀ ਕਰਾਈ ਜਾਵੇ ਇਸ ਮਾਮਲੇ 'ਚ, ਜਾਂ ਤਾਂ ਨਾ ਕਿਹਾ ਹੋਵੇ। ਪਰ ਇਹ ਲਗਾਤਾਰਤਾ ਚਾਹੀਦੀ ਸੀ ਉਸ ਗੱਲ ਦੇ ਵਿੱਚ, ਲਗਾਤਾਰਤਾ ਨਾਲ ਇਹ ਕੰਮ ਚੱਲਦਾ ਰਹਿੰਦਾ, ਕਿਧਰੇ ਨਾ ਕਿਧਰੇ ਗੱਲ ਲੱਗਦੀ।
ਬਾਕੀ ਸੱਚਮੁੱਚ ਹੀ ਅਫਸੋਸ ਦੀ ਗੱਲ ਹੈ ਕਿ ਜਦੋਂ ਹਿਊਮਨ ਰਾਈਟਸ ਦੀ ਆਪਾਂ ਗੱਲ ਕਰਦੇ ਹਾਂ ਤੇ ਅੱਜ ਕੱਲ੍ਹ ਹਿਊਮਨ ਰਾਈਟਸ ਦੀ ਲੜਾਈ ਵੀ ਫੈਸ਼ਨ ਬਣ ਗਿਆ ਕਿ ਟੁਕੜਿਆਂ ਦੀ ਲੜੀ ਜਾ ਰਹੀ ਹੈ। ਜੀ ਕੋਈ ਕਾਂਗਰਸ ਦੀ ਜੂੰ ਬਣਿਆ ਹੋਇਆ, ਕੋਈ ਬੀਜੇਪੀ ਦੇ ਉਲਟ ਖੜਾ ਹੋਇਆ, ਮਤਲਬ ਅਜੀਬ ਜਿਹਾ ਕੰਮ ਚੱਲ ਰਿਹਾ ਇੱਥੇ। ਤੁਸੀਂ ਇਹ ਮਹਿਸੂਸ ਕਰੋ ਕਿ ਜੇ ਤੁਸੀਂ ਹਿਊਮਨ ਰਾਈਟਸ ਦੇ ਐਕਟਿਵਿਸਟ ਹੋ ਤਾਂ ਤੁਹਾਨੂੰ ਸਟੇਟ ਨੂੰ ਸਮਝਣਾ ਪੈਣਾ, ਉਹਦੇ ਕੈਰੈਕਟਰ ਨੂੰ ਸਮਝਣਾ ਪੈਣਾ। ਪਾਰਟੀਆਂ ਦੀ ਪੋਲਿਟਿਕਸ ਬਾਅਦ 'ਚ ਆਉਂਦੀ ਹੈ। ਜਿਹੜਾ ਇਹ ਗਿਣਤੀ ਮਿਣਤੀ 'ਚ ਪੈ ਜਾਣਾ ਨਾ ਕਿ ਇਹੋ ਜਿਹੀ ਗੱਲ ਨਹੀਂ ਕਰਨੀ ਜਿਹਦੇ ਨਾਲ ਬੀਜੇਪੀ ਦੇ ਵਿਰੋਧੀ ਖੇਮੇ ਨੂੰ ਨੁਕਸਾਨ ਹੋਵੇ, ਇਹ ਗੱਲਾਂ ਬੇਕਾਰ ਗੱਲਾਂ ਨੇ ਆਪਣੀਆਂ। ਤੁਹਾਡੀ ਲੜਾਈ ਹੋਣੀ ਚਾਹੀਦੀ ਲਗਾਤਾਰਤਾ ਨਾਲ ਹਰ ਇੱਕ ਮੁੱਦੇ ਉੱਤੇ, ਚਾਹੇ ਮੁੱਦਾ ਮੁਸਲਮਾਨਾਂ ਦਾ ਹੋਵੇ, ਆਦੀਵਾਸੀਆਂ ਦਾ ਹੋਵੇ, ਦਲਿਤਾਂ ਦਾ ਹੋਵੇ, ਸਿੱਖਾਂ ਦਾ ਹੋਵੇ। ਇਸ ਦੀ ਲਗਾਤਾਰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਔਰ ਨਿਸ਼ਠਾ ਵੀ ਤੁਹਾਡੀ ਤਾਂ ਹੀ ਪਰਖੀ ਜਾਊਗੀ ਜੇ ਤੁਸੀਂ ਸਾਰੇ ਮੁੱਦਿਆਂ 'ਤੇ ਖੜੋਗੇ। ਚੱਟੀ ਸਿੰਘਪੁਰਾ ਦੇ ਕੇਸ 'ਚ ਤਾਂ ਸਾਡੇ ਉੱਥੋਂ ਦੇ ਜਿਹੜੇ ਸੋ ਕਾਲਡ ਲੈਫਟਿਸਟ ਗਰੁੱਪ ਨੇ ਉਹਨਾਂ ਨੂੰ ਸਗੋਂ ਇਸ ਦੀ ਪਹਿਲ ਕਦਮੀ ਕਰਨੀ ਚਾਹੀਦੀ ਸੀ। ਜੇ ਬਾਕੀਆਂ ਦੇ ਪੱਲੇ ਕੁਝ ਨਹੀਂ ਸੀਗਾ ਤਾਂ ਤੁਸੀਂ ਅੱਗੇ ਹੋ ਜਾਂਦੇ, ਜਵਾਬ ਮੰਗਦੇ ਸਰਕਾਰ ਤੋਂ ਕਿ ਕਿਵੇਂ ਹੋ ਗਿਆ ਵੀ ਕਲਿੰਟਨ ਦੇ ਆਏ ਤੇ ਜੇ ਕੋਈ ਜਥੇਬੰਦੀ ਦੀ ਜ਼ਿੰਮੇਵਾਰੀ ਵੀ ਨਹੀਂ ਲਈ, ਫਿਰ ਕਵਰ ਅਪ ਕਰਨ ਲਈ 5 ਹੋਰ ਵਿਅਕਤੀ ਤੁਸੀਂ ਮਾਰ ਦਿੱਤੇ, ਉਸ ਤੋਂ ਬਾਅਦ ਵਿਖਾਵਾ ਕਰਨ ਨੂੰ ਤੁਸੀਂ ਭੁੰਨ ਦਿੱਤਾ। ਕੀ ਜਵਾਬ ਹੈ ਤੁਹਾਡੇ ਕੋਲ? ਪਰ ਅਫਸੋਸ ਦੀ ਗੱਲ ਕਿ ਹਿਊਮਨ ਰਾਈਟਸ ਦੇ ਮੁੱਦੇ ਉੱਤੇ ਪਾਰਟੀਆਂ ਵੀ ਉਸ ਤਰੀਕੇ ਨਾਲ ਨਿਸ਼ਠਾ ਨਾਲ ਮੁੱਦੇ ਨਹੀਂ ਚੁੱਕ ਰਹੀਆਂ। ਹੁਣ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਖੱਬੇ ਪੱਖੀਆਂ ਨੇ ਜਿਵੇਂ ਖਾੜਕੂਵਾਦ ਵੇਲੇ ਬਹੁਤ ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ 'ਤੇ ਸੜਕਾਂ 'ਤੇ ਨਿਕਲ ਕੇ ਵਿਖਾਵੇ ਵੀ ਕੀਤੇ ਨੇ। ਜਦੋਂ ਆਹ ਘਟਨਾਵਾਂ ਵਾਪਰਦੀਆਂ ਉਦੋਂ ਤੁਸੀਂ ਕਿੱਥੇ ਚਲੇ ਜਾਂਦੇ? ਉਦੋਂ ਵੀ ਖੜੇ ਹੋਵੋ ਕਿ ਜਿਹੜੀ ਆਹ ਘਟਨਾਵਾਂ ਨੇ ਇਸ ਕਿਸਮ ਦੀਆਂ, ਇਹਦੇ ਨਾਲ ਨਹੀਂ ਲੋਕਾਂ ਦੇ ਵਿੱਚ ਫਿੱਕ ਪੈਦਾ ਹੋ ਰਹੀ, ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਨਹੀਂ ਪੈਦਾ ਹੋ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸੋਚਣ ਵਾਲੀਆਂ। ਹਿਊਮਨ ਰਾਈਟਸ ਦੇ ਨਾਂ 'ਤੇ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਨਿਸ਼ਠਾਵਾਨ ਹੋ ਕੇ ਇੱਕ ਪਾਸੜ ਹੋਣ ਦੀ ਥਾਂ 'ਤੇ ਬਹੁਪੱਖੀ ਪਹੁੰਚ ਬਣਾਉਣੀ ਚਾਹੀਦੀ। ਜਿੱਥੇ ਜਿੱਥੇ ਵੀ ਧੱਕਾ ਹੋਇਆ ਉੱਥੇ ਖੜੋ, ਡਟ ਕੇ ਖੜੋ। ਇਹ ਵੀ ਇੱਕ ਇਤਿਹਾਸਕ ਪੱਖ ਕਿਹਾ ਜਾ ਸਕਦਾ ਹੈ ਕਿ ਜਦੋਂ ਅਸੀਂ ਇਹਨਾਂ ਸਾਰੇ ਹੀ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਜਥੇਬੰਦੀਆਂ ਦੇ ਕਿਸੇ ਕਰਮ ਨੂੰ ਜਾਂ ਉਹਨਾਂ ਦੀ ਗਤੀਵਿਧੀ ਨੂੰ ਸਾਂਝੇ ਤੌਰ 'ਤੇ ਦੇਖਦੇ ਹਾਂ ਤਾਂ ਉਸ ਨੇ ਫਰਕ ਪਾਇਆ, ਉਸ ਨੇ ਨਾਸੀ ਧੂੰਆਂ ਦਵਾਇਆ, ਉਸ ਨੇ ਕੁਝ ਲੋਕਾਂ ਦੇ ਅਸਰ ਵੀ ਪਾਇਆ। ਹੁਣ ਵੀ ਜਦੋਂ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਦੇਖਿਆ, ਜਿਹੜਾ ਐਕਟਿਵਿਜ਼ਮ ਸਿੱਖ ਐਕਟਿਵਿਜ਼ਮ ਸੀ ਪੰਜਾਬ ਦਾ, ਅਤੇ ਉਸ ਤੋਂ ਬਾਅਦ ਭਾਰਤ ਦੇ ਬਾਕੀ ਹਿੱਸਿਆਂ 'ਚੋਂ ਪ੍ਰੋਗਰੈਸਿਵ ਜਥੇਬੰਦੀਆਂ ਸਨ ਜਾਂ ਇਨਕਲਾਬੀ ਸੰਸਥਾਵਾਂ ਦਾ ਦਾਅਵਾ ਕਰਨ ਵਾਲੇ ਸਾਰੇ ਇਕੱਠੇ ਹੋਏ ਤਾਂ ਬਹੁਤ ਵੱਡਾ ਫਰਕ ਪਿਆ। ਅਤੇ ਇਹ ਗੱਲ ਅਸੀਂ ਵਾਰ-ਵਾਰ ਵੀ ਕਹਿੰਦੇ ਰਹੇ ਕਿ ਆਪਸ ਵਿੱਚ ਉਲਝਣ ਦੀ ਥਾਂ 'ਤੇ ਇੱਕ ਮੰਜ਼ਿਲ ਦੇ ਵੱਲ ਵਧੋ। ਜਿਹੜੇ ਫਿੱਕ ਪਾਉਣ ਵਾਲੇ ਸਨ ਉਹਨਾਂ ਦੀ ਨੁਕਤਾਚੀਨੀ ਵੀ ਕਰਦੇ ਰਹੇ, ਜਿਹੜੇ ਬਾਅਦ ਦੇ ਵਿੱਚ ਵੋਟਾਂ ਇਲੈਕਸ਼ਨ ਲੜਨ ਵੱਲ ਵੀ ਹੋ ਗਏ। ਪਹਿਲਾਂ ਦੂਜਿਆਂ ਨੂੰ ਖਾਲਿਸਤਾਨੀ ਵੀ ਕਹਿੰਦੇ ਰਹੇ, ਵਿਰੋਧੀ ਵੀ ਕਹਿੰਦੇ ਰਹੇ। ਪਰ ਇੱਕ ਗੱਲ ਦਾ ਅਸਰ ਬੜਾ ਪਿਆ ਕਿ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਬੈਠੇ ਲੋਕਾਂ ਨੇ ਪੰਜਾਬ ਤੋਂ ਹਿਊਮਨ ਰਾਈਟਸ ਦਾ, ਕਿਸਾਨਾਂ ਦੇ ਸੰਘਰਸ਼ ਦਾ ਸਬਕ ਸਿੱਖਿਆ ਅਤੇ ਇਹ ਕਿਹਾ ਕਿ ਜੇ ਇਹ ਪੰਜਾਬ ਦੇ ਆਵਾਜ਼ ਉਠਾਉਣ ਵਾਲੇ ਸਾਨੂੰ ਨਾ ਜਗਾਉਂਦੇ ਤਾਂ ਸੁੱਤੇ ਰਹਿੰਦੇ। ਜੇ ਇਹ ਨੇ ਸਾਡੇ ਵੱਡੇ ਭਰਾ ਤਾਂ ਅਸੀਂ ਇਹਨਾਂ ਦੇ ਅਜ਼ੀਜ਼ ਆ, ਅਤੇ ਜੇ ਇਹ ਖਾਲਿਸਤਾਨੀ ਨੇ ਤਾਂ ਅਸੀਂ ਵੀ ਖਾਲਿਸਤਾਨੀ ਆ, ਜੇ ਇਹ ਵੱਖਵਾਦੀ ਨੇ ਤਾਂ ਅਸੀਂ ਵੀ ਆ। ਇੱਕ ਅਸਰ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਮਸ਼ਾਲ ਜਗਦੀ ਰੱਖਦੇ ਹਾਂ, ਚਿੰਗਾਰੀ ਨੂੰ ਜਗਦੀ ਰੱਖਦੇ ਹਾਂ ਤਾਂ ਉਸ ਦਾ ਫਰਕ ਪੈਂਦਾ। ਪਰ ਇਸ ਲਈ ਅੱਜ ਵੀ ਚਿੱਟੀ ਸਿੰਘਪੁਰਾ ਇਸ ਘਟਨਾਕ੍ਰਮ ਜਾਂ ਮੈਡਲਿਨ ਅਲਬਰਾਈਟ ਜਿਹਦੇ ਵੱਲੋਂ ਉਠਾਏ ਗਏ ਇਸ ਮੁੱਦੇ ਨੂੰ ਸਾਂਝੇ ਤੌਰ 'ਤੇ ਜੇਕਰ ਅਸੀਂ ਲੜੀਏ ਤਾਂ ਇਸ ਦੇ ਨਾਲ ਫਰਕ ਪਏਗਾ। ਅਤੇ ਅੱਜ ਜਿਹੜੀਆਂ ਤਾਕਤਾਂ ਕਸ਼ਮੀਰ ਨੂੰ ਇੱਕ ਨਵੇਂ ਪ੍ਰੋਸਪੈਕਟਿਵ ਦੇ ਵਿੱਚ, ਆਪਣੇ ਸੰਦਰਭ ਦੇ ਵਿੱਚ ਜਾਂ ਇਸ ਦਾ ਇੱਕ ਨਵਾਂ ਨੈਰੇਟਿਵ ਖੜਾ ਕਰ ਰਹੀਆਂ ਨੇ ਸ਼ਰਾਰਤੀ ਤਰੀਕੇ ਦੇ ਨਾਲ, ਜਿਸ ਦੇ ਖਿਲਾਫ ਅਗਾਂਹਵਧੂ ਜਥੇਬੰਦੀਆਂ ਵੀ ਲੜ ਰਹੀਆਂ ਨੇ, ਉਸ ਨੂੰ ਅੱਜ ਦੀ ਤਾਰੀਖ ਤੋਂ ਚੱਕਣ ਦੀ ਥਾਂ 'ਤੇ ਚਿੱਟੀ ਸਿੰਘਪੁਰਾ ਤੋਂ ਚੱਕੋ। ਇਹਨੂੰ ਆਧਾਰ ਬਣਾ ਕੇ ਅਗਾਂਹ ਗੱਲ ਤੋਰੋ ਕਿ ਇਸ ਦੀ ਬੇਇਨਸਾਫੀ ਲਈ ਦੋਸ਼ੀ ਕੌਣ ਹੈ। ਜੇ ਬਿਲ ਕਲਿੰਟਨ ਦਾ ਬਿਆਨ ਇਹ ਹੈ, ਜੇ ਐਲਬਰਾਈਟ ਨੇ ਆਪਣੀ ਕਿਤਾਬ 'ਚ ਲਿਖਿਆ, ਤਾਂ ਫਿਰ ਇਸ ਗੱਲ ਨੂੰ ਇੱਥੋਂ ਹੀ ਤੋਰਿਆ ਜਾਏ, ਜਿਹੜਾ ਕਿ ਅੱਜ ਦੇ ਦੌਰ 'ਚ ਬਣ ਰਹੀਆਂ ਫਿਲਮਾਂ ਜਾਂ ਇਹਨਾਂ 'ਚ ਜਿਵੇਂ ਪ੍ਰਭਾਸ਼ਿਤ ਕੀਤਾ ਜਾਂਦਾ, ਥੋੜ੍ਹਾ ਇਸ ਨੂੰ ਪਿੱਛੇ ਲਿਜਾਇਆ ਜਾਏ। ਤੁਸੀਂ ਵਿਅਕਤੀਗਤ ਤੌਰ 'ਤੇ ਇੰਟਰਵਿਊਜ਼ ਜਿਹੜੀਆਂ ਬਹੁਤ ਸਾਰੇ ਪੀੜਤਾਂ ਦੀਆਂ ਕੀਤੀਆਂ, ਮੈਨੂੰ ਵੀ ਮੌਕਾ ਮਿਲਿਆ, ਜਿਨ੍ਹਾਂ 'ਚ ਰਿਸ਼ਪਾਲ ਸਿੰਘ ਦੀ ਤੁਸੀਂ ਗੱਲ ਕੀਤੀ ਹੈ, ਨਾਨਕ ਸਿੰਘ ਦੀ ਇੰਟਰਵਿਊ ਕੀਤੀ ਹੈ, ਹੋਰ ਵੀ ਬਹੁਤ ਸਾਰੇ ਪੀੜਤਾਂ ਦੇ। ਜਦੋਂ ਇਹ ਚਿੱਟੀ ਸਿੰਘਪੁਰਾ ਦਾ ਇਹ ਜਿਹੜਾ ਸਾਰਾ ਘਟਨਾਕ੍ਰਮ ਹੋਇਆ, ਉਸ ਦਿਨ ਦੇ ਅਤੇ ਉਸ ਦੌਰਾਨ ਜੋ ਜੋ ਵਾਪਰਿਆ ਅਤੇ ਉਸ ਤੋਂ ਬਾਅਦ ਦੇ ਉਹਨਾਂ ਸਮਿਆਂ ਦੇ ਹਾਲਾਤ ਦੇ ਬਾਰੇ ਉਹਨਾਂ ਨੇ ਜਿਹੜੀ ਹੱਡਬੀਤੀ ਦੱਸੀ, ਅਸੀਂ ਚਾਹਾਂਗੇ ਉਸ ਦੀ ਸਾਂਝ ਵੀ ਜ਼ਰੂਰ ਪਾਓ। ਦੇਖੋ, ਨਾਨਕ ਸਿੰਘ ਦਾ ਕੇਸ ਬਹੁਤ ਕਲਾਸ ਹੈਗਾ ਕਿਉਂਕਿ ਨਾਨਕ ਸਿੰਘ ਚਸ਼ਮੇ ਦੀ ਗਵਾਹ ਹੈ ਜੀ। ਨਾਨਕ ਸਿੰਘ ਬਚ ਗਿਆ ਸੀ ਉਸ ਕਾਂਡ ਦੇ ਵਿੱਚ, ਪਰ ਨਾਨਕ ਸਿੰਘ ਨੇ ਜੋ ਵੇਖਿਆ ਉਹ ਅੱਜ ਵੀ ਉਹ ਗੱਲ ਨੂੰ ਬਾਰ-ਬਾਰ ਦੁਹਰਾਉਂਦਾ। ਹਾਂਜੀ, ਜਿਹੜੀਆਂ ਗੱਲਾਂ ਉਹ ਕਹਿੰਦਾ ਉਹ ਸਾਰੀਆਂ ਗੱਲਾਂ ਧਿਆਨ ਮੰਗਦੀਆਂ ਨੇ ਔਰ ਜਾਂਚ ਦਾ ਘੇਰਾ ਇਸ ਕਰਕੇ ਵਿਸ਼ਾਲ ਹੋਣਾ ਚਾਹੀਦਾ ਸੀ ਪਹਿਲੇ ਦਿਨ ਤੋਂ। ਉਹ ਕੀ ਕਹਿ ਰਿਹਾ ਕਿ ਹੋਲੀ ਦਾ ਮੌਕਾ ਸੀਗਾ, ਜਿਹੜੇ ਹਮਲਾਵਰ ਸੀਗੇ ਲੱਗਦਾ ਸੀ ਉਹਨਾਂ ਨੇ ਖਾਧੀ ਪੀਤੀ ਸੀ, ਮੂੰਹ ਰੰਗੇ ਹੋਏ ਸੀ ਉਹਨਾਂ ਦੀ ਦਿੱਖ ਤੋਂ ਲੱਗਦਾ ਨਹੀਂ ਸੀ ਕਿ ਉਹ ਸਥਾਨਕ ਮੁਸਲਮਾਨ ਜਾਂ ਕਸ਼ਮੀਰੀ ਨੇ। ਨਾਲੇ ਤੁਸੀਂ ਦੇਖੋ, ਜਦੋਂ ਰੋਜ਼ਾਨਾ ਤੁਹਾਡੇ ਕਰੈਕਡਾਊਨ ਹੁੰਦੇ ਹੋਣ, ਪਿੰਡਾਂ 'ਤੇ ਛਾਪੇ ਪੈਂਦੇ ਹੋਣ, ਕਦੇ ਪੁਲਿਸ ਨੇ ਜਾਂ ਫੌਜ ਨੇ ਤਲਾਸ਼ੀ ਲੈ ਲਈ, ਕਦੇ ਤੁਸੀਂ ਨਾਕਿਆਂ ਵਿੱਚੋਂ ਗੁਜ਼ਰਨਾ, ਕਿਸੇ ਨੇ ਕਿਸੇ ਨੂੰ ਹਾਕ ਮਾਰੀ,
ਤੁਸੀਂ ਆਵਾਜ਼ਾਂ ਵੀ ਸੁਣਦੇ ਹੋ ਲੋਕਾਂ ਦੀਆਂ। ਉਹ ਜਿਹੜੇ ਉੱਥੇ ਆ ਕੇ ਜੋ ਕੁਝ ਵੀ ਬੋਲ ਰਹੇ ਸੀ, ਉਹਨਾਂ ਆਵਾਜ਼ਾਂ ਤੋਂ ਉਹਨਾਂ ਨੂੰ ਪਛਾਣ ਹੋ ਗਈ ਸੀ ਚੰਗੀ ਤਰ੍ਹਾਂ ਕਿ ਇਹ ਉਹੀ ਫੌਜੀ ਨੇ ਜਿਨ੍ਹਾਂ ਨਾਲ ਸਾਡਾ ਰੋਜ਼ ਵਾਸਤਾ ਪੈਂਦਾ। ਸ਼ਕਲਾਂ ਤੋਂ ਕਸ਼ਮੀਰੀ ਨਹੀਂ ਸੀ ਲੱਗਦੇ। ਤੇ ਹੋਲੀ ਦਾ ਚਾਅ ਵੀ ਉਹਨਾਂ ਨੂੰ ਚੜਿਆ ਹੋਊਗਾ ਜਿਹੜੇ ਬਾਹਰੋਂ ਆਏ ਸੀਗੇ। ਕਸ਼ਮੀਰੀਆਂ ਦਾ ਤਿਉਹਾਰ ਹੀ ਹੈ ਨਹੀਂ ਵਾਲਾ। ਤੇ ਉਹਨਾਂ ਨੇ ਆ ਕੇ ਜਦੋਂ ਜੋ ਕੁਝ ਵੀ ਬੋਲਬਾਣੀ ਸੀ ਉਹਨਾਂ ਦੀ, ਉਸ ਤੋਂ ਅਨੁਮਾਨ ਲਾਇਆ ਕਿ ਇਹ ਲੋਕ ਕਸ਼ਮੀਰੀ ਨਹੀਂ ਗੇ। ਫਿਰ ਇੱਕ ਦੋ ਲੋਕਾਂ ਨੇ ਆਪਣੇ ਹੱਥਾਂ ਤੇ ਮੌਲੀਆਂ ਬੰਨੀਆਂ ਹੋਈਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਇਹ ਕਾਂਡ ਹੋ ਗਿਆ, ਫਿਰ ਭਾਰਤ ਮਾਤਾ ਦੀ ਜੈ ਦੇ ਨਾਰੇ ਉਹਨਾਂ ਨੇ ਲਾਏ ਜਦੋਂ ਚਲੇ ਗਏ ਉੱਥੋਂ। ਹੁਣ ਭਾਰਤ ਮਾਤਾ ਦੀ ਜੈ ਦੇ ਨਾਰੇ ਦਾ ਕੀ ਮਤਲਬ ਹੋਇਆ? ਬੇਸਿਕਲੀ ਸਮਝ ਹੀ ਪੈਂਦੀ ਗੱਲ, ਜਿਨ੍ਹਾਂ ਲੋਕਾਂ ਨੇ ਆਪਣੇ ਤੌਰ ਤੇ ਪੜਤਾਲਾਂ ਕੀਤੀਆਂ, ਕੁਝ ਸਾਬਕਾ ਫੌਜੀਆਂ ਨੇ ਵੀ ਕੀਤੀਆਂ, ਉਹ ਇਹ ਸਿੱਟਾ ਕੱਢਦੇ ਕਿ ਇਹ ਦਰਅਸਲ ਏਜੰਸੀਆਂ ਦੀ ਕਾਰਸਤਾਨੀ ਇਹ ਸੀ ਕਿ ਜਦੋਂ ਕਲਿੰਟਨ ਉੱਥੇ ਆਊਗਾ, ਇਹੋ ਜਿਹਾ ਕੋਈ ਕਾਂਡ ਕਰੋ ਜਿਸ ਦੇ ਨਾਲ ਪਾਕਿਸਤਾਨ ਦੀ ਭੰਡੀ ਹੋਵੇ। ਔਰ ਅਸੀਂ ਕਹਿ ਸਕੀਏ ਕਿ ਪਾਕਿਸਤਾਨ ਕੋਸ ਬੈਠ ਕਰਕੇ ਇੱਦਾਂ ਕਰਦਾ। ਪਾਕਿਸਤਾਨ ਹੁਣ ਅਮਰੀਕਾ ਦਾ ਸਹਿਯੋਗੀ ਦੇਸ਼ ਰਿਹਾ। ਜੇ ਸਮਝਿਆ ਜਾਵੇ ਧਿਆਨ ਨਾਲ ਸਿਆਸਤ ਨੂੰ, ਉਹਨਾਂ ਨੂੰ ਕੀ ਇੰਟਰਸਟ ਸੀ ਕਲਿੰਟਨ ਦੇ ਆਏ ਤੇ ਇਹੋ ਜਿਹਾ ਕਾਰਾ ਕਰ ਬੈਠਣ? ਉਹਨਾਂ ਨੂੰ ਉਸ 'ਚ ਕੋਈ ਇੰਟਰਸਟ ਨਹੀਂ ਸੀਗਾ, ਨਾ ਕਿਸੇ ਜਥੇਬੰਦੀ ਨੇ ਜ਼ਿੰਮੇਵਾਰੀ ਲਈ। ਇਹ ਵੀ ਸੱਚਾਈ ਹੈ। ਫਿਰ ਤੁਸੀਂ ਇਹ ਝੂਠ ਬੋਲਿਆ ਕਿ ਜੀ ਪਾਕਿਸਤਾਨ ਤੋਂ ਆਏ ਲੋਕਾਂ ਨੇ ਕਾਰਾ ਕੀਤਾ। 5 ਜਿਹੜੇ ਸਥਾਨਕ ਲੋਕ ਸੀ ਫੜ ਕੇ ਉਹਨਾਂ ਦੇ ਮੁਕਾਬਲੇ ਬਣਾ ਦਿੱਤੇ ਗਏ। ਸੋ ਨਾਨਕ ਸਿੰਘ ਨੇ ਸਾਰਾ ਕੁਝ ਦੇਖਿਆ, ਬਾਰ-ਬਾਰ ਬਿਆਨ ਦਿੱਤੇ, ਪਰ ਜਾਂਚ ਕੋਈ ਨਾ ਹੋਈ, ਨਾ ਤਨ ਪਤਨ ਲੱਗੀ। ਅਫਸੋਸ ਇਸ ਗੱਲ ਦਾ। ਅੱਜ ਵੀ ਨਾਨਕ ਸਿੰਘ ਸਾਡੇ ਕੋਲ ਬੈਠਾ ਮੌਜੂਦ ਆ, ਜਿਉਂਦਾ ਜਾਗਦਾ ਗਵਾਹ ਹੈ ਉਹ। ਉਹਦੀ ਗਵਾਹੀ ਅੱਜ ਵੀ ਅਹਿਮੀਅਤ ਰੱਖਦੀ ਹੈ। ਪਰ ਗੱਲ ਹੈ ਕਿ ਜਾਂਚ ਕਰੂ ਕਿਹੜਾ? ਜੇ ਜਾਂਚ ਹੋਊਗੀ ਵੀ ਕਿ ਉਸ ਦਾ ਘੇਰਾ ਕੀ ਹੋਏਗਾ, ਇਹ ਕੌਣ ਤੈਅ ਕਰੂਗਾ? ਚੌਕਟਾ ਕੀ ਹੋਏਗਾ ਜਾਂਚ ਦਾ? ਜਿਹੜੇ ਜਾਂਚ ਕਰਨ ਵਾਲੇ ਜਦੋਂ ਪਹਿਲਾਂ ਹੀ ਚੌਕਟਾ ਤੈਅ ਕਰ ਦਿੰਦੇ ਆ, ਤੇ ਤੁਹਾਡੀ ਜਾਂਚ ਜਿਹੜੀ ਹੈ ਕਿਸੇ ਪਾਸੇ ਨਹੀਂ ਲੱਗਦੀ। ਸੋ ਇਹ ਕੁਝ ਚੁਣੌਤੀਆਂ ਨੇ ਜਿੱਦਾਂ ਸਾਨੂੰ ਧਿਆਨ ਦੇਣਾ ਪੈਣਾ। ਪਰ ਨਾਨਕ ਸਿੰਘ ਦਾ ਬਿਆਨ ਇਸ ਕਰਕੇ ਆਇਆ ਮੈਂ ਗੁਰਵਿੰਦਰ ਸਿੰਘ ਜੀ, ਕਿਉਂਕਿ ਉਹ ਚਸ਼ਮਦੀਦ ਦੀ ਗਵਾਹ ਹੈ। ਉਸ ਸਾਰਾ ਕੁਝ ਆਪਣੇ ਅੱਖੀਂ ਹੁੰਦਿਆਂ ਵੇਖਿਆ। ਔਰ ਇਸ ਤੋਂ ਇਲਾਵਾ ਪੱਥਰੀਵਾਲ ਦੇ ਲੋਕ ਵੀ ਗਵਾਹ ਨੇ, ਜਿਨ੍ਹਾਂ ਨੇ ਰੌਲਾ ਪਾਇਆ ਤੇ ਬਾਅਦ 'ਚੋਂ ਲਾਸ਼ਾਂ ਕੱਢੀਆਂ ਗਈਆਂ, ਪੁਸ਼ਟੀ ਹੋਈ ਕਿ ਸਥਾਨਕ ਕਸ਼ਮੀਰੀ ਸੀਗੇ, ਜਾਂ ਜਿਨ੍ਹਾਂ ਨੇ ਰੋਸ ਖਾਵੇ ਕੀਤੇ, ਜਿਨ੍ਹਾਂ ਦੇ 9 ਜੀ ਮਰੇ ਘਰਾਂ ਦੇ। ਗਵਾਹ ਦੇ ਇੱਕ ਰੂਪ 'ਚ ਨਹੀਂ, ਕਈ ਰੂਪਾਂ 'ਚ ਸਾਡੇ ਕੋਲ ਬੈਠੇ ਨੇ। ਸੋ ਸਾਰਿਆਂ ਦੀ ਗਵਾਹੀਆਂ ਕਲਮਬੰਦ ਕਰਨ ਦੀ ਲੋੜ ਹੈ, ਤਾਂ ਜਾ ਕੇ ਆਪਾਂ ਕਿਸੇ ਸਿੱਟੇ 'ਤੇ ਪਹੁੰਚ ਸਕਦੇ ਹਾਂ। ਪਰ ਉਹਦੇ ਲਈ ਸਾਡੀ ਪਹੁੰਚ ਜਿਹੜੀ ਬਹੁਤ ਸੁਹਿਰਦ ਹੋਣੀ ਚਾਹੀਦੀ। ਸਾਡੀ ਪਹੁੰਚ ਸੁਹਿਰਦ ਹੈ ਨਹੀਂ। ਅਸੀਂ ਫੌਜ ਨੂੰ ਮੰਨ ਕੇ ਚੱਲਦੇ ਹਾਂ ਕਿ ਫੌਜ ਬੜੀ ਪਾਕ ਪਵਿੱਤਰ ਹੈ, ਉਹ ਕੋਈ ਕੁਕਰਮ ਕਰ ਹੀ ਨਹੀਂ ਸਕਦੀ। ਦੇਖੋ, ਜਿਹੜੀ ਫੌਜ ਨੇ ਕਸ਼ਮੀਰ 'ਚ ਇੱਕੋ ਰਾਤ 'ਚ 100 ਦੇ ਕਰੀਬ ਕਸ਼ਮੀਰੀ ਔਰਤਾਂ ਨਾਲ ਬਲਾਤਕਾਰ ਕੀਤੇ ਹੋਣ, ਔਰ ਸਾਰੇ ਦੇਸ਼ ਨੇ ਮੂੰਹ ਪਾਸੇ ਕਰ ਲਿਆ, ਉਸ ਮੁਲਕ 'ਚ ਆਪਾਂ ਕੀ ਆਸ ਕਰ ਸਕਦੇ ਹਾਂ? ਅੱਜ ਕਸ਼ਮੀਰ ਫਾਈਲਸ ਦੇ ਨਾਂ 'ਤੇ ਸਾਰੇ ਕਹਿ ਰਹੇ ਵੇਖੋ ਜੀ ਵੇਖੋ ਕਸ਼ਮੀਰੀ ਪੰਡਤਾਂ ਨਾਲ ਕੀ ਹੋਇਆ ਸੀਗਾ। ਉਸ ਫਿਲਮ ਦਾ ਪ੍ਰਚਾਰ ਭਾਰਤੀ ਏਜੰਸੀਆਂ ਕਰ ਰਹੀਆਂ, ਪ੍ਰਾਈਮ ਮਿਨਿਸਟਰ ਕਰ ਰਿਹਾ, ਪੁਲਿਸ ਨੂੰ ਕਿਹਾ ਜਾ ਰਿਹਾ ਛੁੱਟੀ ਲੈ ਕੇ ਜਾ ਕੇ ਫਿਲਮ ਵੇਖੋ। ਜਿਹੜੇ ਉਹਨਾਂ ਦੇ ਏਜੰਟ ਇੱਥੇ ਵੈਂਕੂਵਰ 'ਚ ਬੈਠੇ ਨੇ, ਉਹ ਉਸ ਫਿਲਮ ਨੂੰ ਪ੍ਰਮੋਟ ਕਰਨ 'ਚ ਲੱਗੇ ਹੋਏ ਨੇ, ਜਿਨ੍ਹਾਂ ਨੇ ਮੋਦੀ ਦੇ ਇੱਥੇ ਆਓ ਭਗਤ ਕੀਤੀ ਸੀ। ਸੋ ਇਹ ਗੱਲਾਂ ਸਮਝ ਲੈਣੀਆਂ ਕਿ ਇਸ ਕਿਸਮ ਦੇ ਸਰਕਾਰ, ਇਸ ਕਿਸਮ ਦੇ ਮੁਆਸ਼ਰੇ ਵਿੱਚ ਇੱਕ ਨਿਰਪੱਖ ਜਾਂਚ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਲੈ ਦੇ ਕੇ ਸਾਡੇ ਕੋਲ ਨਾਨਕ ਸਿੰਘ ਤੇ ਇਹੋ ਜਿਹੇ ਲੋਕਾਂ ਦੇ ਬਿਆਨ ਨੇ ਜਿਹੜੇ ਅੱਜ ਵੀ ਸਾਡੇ ਕੰਮ ਆ ਸਕਦੇ। ਜਦੋਂ ਨਾਨਕ ਸਿੰਘ ਹੋਰੀ ਇਹ ਸਾਰੀ ਗੱਲ ਨੂੰ ਬਿਆਨ ਕਰਦੇ ਨੇ, ਜਾਂ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਮੈਂਬਰ ਜੋ ਆਪਣੇ ਹੱਡੀ ਮਹਿਸੂਸ ਕੀਤਾ, ਉਹ ਇਸ ਗੱਲ ਨੂੰ ਜਿਵੇਂ ਮਹਿਸੂਸ ਕਰਦੇ ਨੇ, ਜਾਂ ਉਹ ਬੇਗੁਨਾਹ 5 ਨੌਜਵਾਨ ਕਸ਼ਮੀਰੀ ਮੁਸਲਿਮ ਜਿਨ੍ਹਾਂ ਨੂੰ ਇਸ ਨਿਸ਼ਾਨੇ 'ਤੇ ਕਤਲ ਕੀਤਾ ਗਿਆ ਕਿ ਇਹਨਾਂ ਦੇ ਸਿਰ ਇਹ ਕਾਰਵਾਈ ਮੜ ਦਿੱਤੀ ਜਾਏ। ਤੇ ਬਾਅਦ ਦੇ ਵਿੱਚ ਜਦੋਂ ਉਸ ਦੀ ਆਵਾਜ਼ ਉਠਾਈ, ਚਾਹੇ ਮਨੋਹਰ ਸਿੰਘ ਗਿੱਲ ਵਰਗੇ ਉਸ ਵੇਲੇ ਦੇ ਜਿਹੜੇ ਪੋਲੀਟੀਕਲ ਰਾਜਨੀਤਿਕ ਆਗੂ, ਉਹਨਾਂ ਨੇ ਗੱਲ ਕੀਤੀ ਤੇ ਉਹ ਸੱਚ ਸਾਬਤ ਹੋਇਆ। ਉਸ ਦੀ ਜਾਂਚ ਹੋ ਗਈ ਕਿ ਜਾਂਚ ਦੇ ਵਿੱਚ ਇਹ ਨਿਰਣਾ ਹੋਇਆ ਕਿ ਇਹ ਜ਼ਿੰਮੇਵਾਰ ਨਹੀਂ ਸਨ ਉਹਨਾਂ ਮਾਰੇ ਗਏ 36 ਸਿੰਘ ਪਰਿਵਾਰਾਂ ਦੇ, ਸਿੱਖਾਂ ਦੇ, ਜਿਹੜੇ ਕਿ ਇਸ ਕਤਲੇਆਮ ਦੇ ਵਿੱਚ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ, ਇਹ 5 ਨੌਜਵਾਨ ਜ਼ਿੰਮੇਵਾਰ ਨਹੀਂ ਸਨ। ਪ੍ਰੋਟੈਸਟ ਦੇ ਵਿੱਚ ਵੀ ਜਿਹੜੇ ਲੋਕ ਮਾਰੇ ਗਏ ਬੇਗੁਨਾਹ, ਉਹਨਾਂ ਸਾਰਿਆਂ ਦੀ ਹੱਡਬੀਤੀ ਜਾਂ ਉਹਨਾਂ ਦੇ ਅਨੁਭਵ ਜਿਹੜੇ ਆ, ਜਾਂ ਉਹਨਾਂ ਦਾ ਦੁਖਾਂਤ ਹੈ, ਉਸ ਨੂੰ ਕਲਮਬੰਦ ਕੀਤਾ ਜਾਏ, ਉਸ ਦੇ ਰਾਹੀਂ ਆਵਾਜ਼ ਉਠਾਈ ਜਾਏ। ਤੇ ਫਿਰ ਇਸ ਗੱਲ ਨੂੰ ਸਾਰੀਆਂ ਧਿਰਾਂ ਬੈਠ ਕੇ ਵਿਚਾਰਨ ਕਿ ਇਹ ਸਾਰੀ ਘਟਨਾ ਦੇ ਪ੍ਰਸੰਗ 'ਚ ਕੇਵਲ ਇਸ ਨੂੰ ਇੱਕ ਦਿਨ ਯਾਦ ਕਰ ਲੈਣਾ ਕਾਫੀ ਨਹੀਂ, ਜਾਂ ਇਸ ਦੇ ਲਈ ਅੱਜ ਮੈਡਲਿਨ ਅਲਬਰਾਈਟ ਸਾਡੇ ਵਿਚਕਾਰ ਨਹੀਂ, ਅਸੀਂ ਗੱਲ ਕਰ ਲਈ ਤੇ ਹਾਉ ਪਰੇ ਹੋ ਗਈ, ਨਹੀਂ। ਇਸ ਨੂੰ ਨਿਰੰਤਰ ਰੂਪ ਦੇ ਵਿੱਚ ਰੱਖਿਆ ਜਾਏ। ਜੇ ਸੱਚਮੁੱਚ ਅਸੀਂ ਚਾਹੁੰਦੇ ਹਾਂ ਕਿ ਬੇਗੁਨਾਹ ਦੇ ਕਤਲੇਆਮ ਦੇ ਲਈ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ, ਪਰ ਉਹਨਾਂ ਤੋਂ ਆਸ ਕੀ ਰੱਖੀ ਜਾ ਸਕਦੀ ਹੈ ਜਿਹੜੇ ਇਸ ਕਾਰਵਾਈ ਲਈ ਜ਼ਿੰਮੇਵਾਰ ਨਹੀਂ। ਤੇ ਜਿਵੇਂ ਇਹ ਪਹਿਲਾਂ ਜ਼ਿਕਰ ਹੋਇਆ ਕਿ ਜਿਹੜੇ ਬੀਪੀ ਸਿੰਘ ਸਰਕਾਰ ਦੇ ਮੌਕੇ ਵੀ ਇਹੋ ਜਿਹੀ ਪ੍ਰਪੋਜ਼ਲ ਕਿ RSS ਦੇ ਜਿਹੜੇ ਦੁਮਛੱਲੇ ਨੇ, ਉਹਨਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਇਨਡਾਇਰੈਕਟਲੀ ਡਾਇਰੈਕਟਲੀ ਕਸ਼ਮੀਰ 'ਚ ਭੇਜ ਕੇ ਕਾਊਂਟਰ ਜਿਹੜਾ ਹੈ ਕੋਈ ਨਾ ਕੋਈ ਰਿਐਕਸ਼ਨ ਕੀਤਾ ਜਾਏ ਤਾਂ ਹਾਲਾਤ ਵਿਗੜਨ ਜਿਸ ਕਿਸਮ ਦਾ ਇਹ ਹੋ ਸਕਦਾ ਤੇ ਪਹਿਲਾਂ ਕਿਉਂ ਨਹੀਂ ਹੋਇਆ ਹੋਣਾ। ਤੇ ਇਹ ਵੀ ਗੱਲ ਸੱਚ ਹੈ ਕਿ ਜਦੋਂ ਇਸ ਗੱਲ ਦੇ ਪ੍ਰਤੀ ਕਿਸੇ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ
ਜਾਂ ਕੁਝ ਵੀ ਇਸ ਕਾਂਡ ਦੇ ਲਈ ਮੂਹਰੇ ਆ ਕੇ ਕਿਸੇ ਨੇ ਨਹੀਂ ਮੰਨਿਆ, ਤੇ ਫਿਰ ਇਸ ਦੇ ਪ੍ਰਤੀ ਜਾਂਚ ਕਿਉਂ ਨਹੀਂ ਹੋਈ? ਜਾਂਚ CBI ਦੀ ਮੰਗ ਚੱਲੀ, ਜਾਂਚ ਹੋਰ ਸਾਰੀਆਂ ਆਧਾਰ ਤੇ ਮੰਗ ਚੱਲੀ। ਆਪਣੇ ਆਪ ਨੂੰ ਜਿਹੜੇ ਅੱਜ ਕੱਲ੍ਹ ਬੜਾ ਇੱਕ ਫੈਸ਼ਨ ਬਣਿਆ ਜਿਹੜਾ ਕਿ ਮੌਜੂਦਾ BJP ਸਰਕਾਰ ਦਾ, ਪੰਜਾਬ ਦੇ ਵਿੱਚ ਵੀ ਉਹਨਾਂ ਨੇ ਬੜੇ ਸਿੱਖ ਚਿਹਰਿਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਦੇ ਵਿੱਚ ਤੀਜੇ ਦਿਨ ਮੋਦੀ ਕੁਝ ਨਾ ਕੁਝ ਸਿੱਖ ਪਰਿਵਾਰਾਂ ਨੂੰ ਜਾਂ ਆਪਣੇ ਉੱਥੋਂ ਦੇ ਲੋਕਲ ਜਿਹੜੇ ਆ ਕੁਝ ਗਰੁੱਪ ਜਿਹੜੇ ਉਹਨਾਂ ਦੇ ਹਮਾਇਤੀ ਨੇ ਸੱਦ ਲੈਂਦੇ ਨੇ ਤੇ ਪ੍ਰਭਾਵ ਦਿੰਦੇ ਨੇ ਕਿ ਦੇਖੋ ਜੀ ਮੈਂ ਕਿੰਨਾ ਸਤਿਕਾਰ ਕਰਦਾ। ਫਿਰ ਕੁਝ ਸ਼ਲੋਕ ਵੀ ਪੜ੍ਹ ਲੈਂਦੇ ਨੇ, ਗੁਰਬਾਣੀ ਦੇ ਹਵਾਲੇ ਵੀ ਦੇ ਦਿੰਦੇ ਨੇ, ਗੁਰਪੁਰਬ ਮਨਾਉਣ ਦੀ ਵੀ ਗੱਲ ਕਰਦੇ ਨੇ। ਕਿਸਾਨਾਂ ਵਾਲਾ ਜਿਹੜਾ ਸੰਘਰਸ਼ ਸੀ ਉਸ ਦਾ ਜੋ ਫੈਸਲਾ ਕੀਤਾ ਉਹ ਵੀ ਗੁਰੂ ਨਾਨਕ ਸਾਹਿਬ ਦੇ ਪੁਰਬ 'ਤੇ ਕੀਤਾ। ਤੁਸੀਂ ਜੇ ਇਸ ਗੱਲ ਨੂੰ ਕਹਿੰਦੇ ਹੋ ਤਾਂ ਫਿਰ ਅੱਜ ਉਹੀ ਸਰਕਾਰ ਤੁਹਾਡੀ ਮੌਜੂਦਾ ਹੈ ਜਿਹੜੀ ਉਸ ਵੇਲੇ ਦੀ ਸੀ। ਤੇ ਆਹ 20 ਮਾਰਚ ਦਾ ਕਤਲੇਆਮ ਜਿਹੜਾ ਹੈ ਇਸ ਦੀ ਬਕਾਇਦਾ ਜਾਂਚ ਕਰਾਓ, ਲਿਆਓ ਸਾਹਮਣੇ ਤੱਥ, ਲੋਕਾਂ ਨੂੰ ਪਤਾ ਲੱਗਣ। ਕਰਾਊਗਾ ਕੌਣ? ਸਵਾਲ ਇਹ ਹੈ ਕੇਵਲ ਫੈਸ਼ਨ ਨੀਤੀ ਦੇ ਵਿੱਚ ਚੱਲਦੇ ਆ ਸਾਡੇ। ਅਸੀਂ ਨਿੱਤ ਫੋਟੋਆਂ ਦੇਖਦੇ ਹਾਂ, ਇੰਨਾ ਕੁ ਚੱਲ ਰਿਹਾ ਅੱਜ ਕੱਲ੍ਹ ਸਿਲਸਿਲਾ ਕਿ ਆਪਣਾ ਪ੍ਰਭਾਵ ਦਿੱਤਾ ਜਾਏ ਕਿ ਅੱਜ ਦੀ ਜਿਹੜੀ ਭਾਰਤ ਸਰਕਾਰ ਹੈ, ਸਿੱਖਾਂ ਦੀ ਹਮਾਇਤੀ ਹੈ, ਇਹ ਇੱਕ ਸਾਜ਼ਿਸ਼ੀ ਢੰਗ ਨਾਲ ਜਿਹੜੀ ਲੜਾਈ ਚੱਲ ਰਹੀ ਹੈ। ਤੇ ਕਿਉਂ ਨਾ ਅੱਜ ਜਿਹੜੇ ਉਹਨਾਂ ਦੇ ਨਿੱਤ ਉਹਨਾਂ ਨਾਲ ਮੁਲਾਕਾਤਾਂ ਕਰਨ ਜਾਂਦੇ ਨੇ ਉਹਨਾਂ ਦੇ ਮੂੰਹ 'ਚੋਂ ਕੋਈ ਨਾ ਕੋਈ ਫੁੱਟੇ ਕੁਛ, ਕਈ ਸਾਧ ਲਾਣਾ ਵੀ ਜਾਂਦਾ ਉਹਨਾਂ ਨੂੰ ਮਿਲਣ, ਉਹ ਵੀ ਬਕਾਇਦਾ ਤੌਰ 'ਤੇ ਤਿਆਰ ਹੋ ਕੇ ਪ੍ਰਧਾਨ ਮੰਤਰੀ ਨਾਲ ਦਰਸ਼ਨੀ ਮੁਲਾਕਾਤ ਕਰਨ ਜਾਂਦੇ ਨੇ, ਜਾਂ ਹੋਰ ਆਪਣੇ ਆਪ ਨੂੰ ਵਿਦਵਾਨ ਲੇਖਕ ਅਖਵਾਉਣ ਵਾਲੇ, ਪਰ ਉਹਨਾਂ ਦੇ ਮੂੰਹ 'ਚ ਘੁੰਗਣੀਆਂ ਕਿਉਂ ਪਈਆਂ ਹੋਈਆਂ? ਘੁੰਗਣੀਆਂ ਤਾਂ ਆਪੇ ਗੁਰਿੰਦਰ ਸਿੰਘ ਜੀ ਕਿ ਮੈਂ ਸਿੱਧੇ ਤੌਰ ਤੇ ਕਹਿੰਦਾ ਉਹ ਸੰਗੀ ਸਿੰਘ ਨੇ। ਹਾਂ, ਉਹ ਗੁਰੂ ਕੇ ਸਿੰਘ ਨਹੀਂ ਗੇ, ਉਹ ਸੰਗੀ ਸਿੰਘ ਨੇ, ਸੰਗੀਆਂ ਦੇ ਸਿੰਘ। ਉਹਨਾਂ ਤੋਂ ਇਹੀ ਆਸ ਕੀਤੀ ਜਾ ਸਕਦੀ। ਵੈਸੇ ਬੇਸ਼ਰਮੀ ਦੀ ਹੱਦ ਵੇਖੋ ਕਿ ਵੀ ਉਹ ਅੱਜ ਕੱਲ੍ਹ ਕਸ਼ਮੀਰ ਫਾਈਲ ਦੇ ਹੱਕ 'ਚ ਵੀ ਉਹਨਾਂ ਨੇ ਬਿਆਨ ਦਿੱਤੇ ਨੇ, ਕਸ਼ਮੀਰ ਫਾਈਲ ਦੇ ਹੱਕ 'ਚ ਬੋਲੇ ਆ। ਜੇ ਤੁਹਾਡੇ 'ਚ ਮਾੜੀ ਮੋਟੀ ਵੀ ਸ਼ਰਮ ਹੈ ਕਿ ਤੁਸੀਂ ਆਪਣੇ ਸਿੰਘ ਵੀ ਕਹਾਉਂਦੇ ਹੋ ਤੇ ਘੱਟੋ ਘੱਟ ਚਿੱਟੀ ਸਿੰਘਪੁਰਾ ਦੇ ਸਿੰਘਾਂ ਵਾਸਤੇ ਵੀ ਹਿਸਾਬ ਮੰਗ ਲਓ। ਕਸ਼ਮੀਰ ਫਾਈਲਸ ਦੀ ਗੱਲ ਤਾਂ ਬਾਅਦ 'ਚ ਕਰਨਾ। ਕਸ਼ਮੀਰ ਫਾਈਲਸ ਕੋਈ ਵੀ ਕਸ਼ਮੀਰ ਫਾਈਲਸ ਉਦੋਂ ਤੱਕ ਅਧੂਰੀ ਹੈ ਜੇ ਉਸ ਦੇ ਵਿੱਚ ਕਸ਼ਮੀਰੀ ਮੁਸਲਮਾਨਾਂ ਨਾਲ ਜੋ ਅਨਿਆਂ ਹੋਇਆ ਉਹਦੀ ਚਰਚਾ ਨਹੀਂ ਹੁੰਦੀ। ਉਹ ਫਾਈਲ ਅਧੂਰੀ ਹੈ ਜਿਸ ਵਿੱਚ ਚਿੱਟੀ ਸਿੰਘਪੁਰਾ ਦਾ ਹਵਾਲਾ ਨਹੀਂ ਹੁੰਦਾ। ਸਿਰਫ ਇੱਕ ਪਾਸੜ ਫਿਲਮ ਦਿਖਾਉਣ ਨਾਲ, ਤਸਵੀਰ ਦਿਖਾਉਣ ਦੇ ਨਾਲ ਹਕੀਕਤ ਦਾ ਮੂੰਹ ਜਿਹੜਾ ਹੈ ਉਹ ਨਹੀਂ ਟਕਿਆ ਜਾ ਸਕਦਾ। ਇਹ ਸੱਚਾਈ ਹੈ ਜੀ। ਔਰ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਜਿਹੜੇ ਅੱਜ ਬੜੇ ਅੜੀਆਂ ਚੁੱਕ ਕੇ ਮੋਦੀ ਨਾਲ ਜੱਫੀਆਂ ਪਾਉਂਦੇ ਫਿਰਦੇ ਕਿ ਉਹ ਜਵਾਬ ਦੇਣ ਇਸ ਗੱਲ ਦਾ ਕਿ ਤੁਹਾਨੂੰ ਕਸ਼ਮੀਰ ਫਾਈਲਸ ਤਾਂ ਬਹੁਤ ਚੰਗੀ ਲੱਗ ਰਹੀ ਹੈ ਪਰ ਚਿੱਟੀ ਸਿੰਘਪੁਰਾ ਦਾ ਜਵਾਬ ਕੌਣ ਲਊਗਾ? ਉਹਦੀ ਹੁਣ ਵਰ੍ਹੇਗੰਢ ਹੋ ਕੇ ਹਟੀ ਹੈ, ਤੁਸੀਂ ਉਹਦੇ ਬਾਰੇ ਕੀ ਕੀਤਾ? ਰਿਪੋਰਟ ਕਾਰਡ ਦਿਖਾਓ ਲੋਕਾਂ ਨੂੰ। ਔਰ ਜਿਹੜੇ ਲੋਕ ਨੇ, ਮੈਂ ਚੈਲੰਜ ਲੋਕਾਂ ਨੂੰ ਵੀ ਕਰਦਾ, ਤੁਸੀਂ ਵੀ ਜਵਾਬ ਮੰਗੋ ਉਹਨਾਂ ਤੋਂ। ਇਹ ਤਾਂ ਹੈ ਨਹੀਂ ਕਿ ਗੁਰਵਿੰਦਰ ਸਿੰਘ ਤੇ ਮੈਂ ਇਕੱਠੇ ਬਹਿ ਕੇ TV ਦੇ ਉੱਤੇ ਘੰਟਾ 1.5 ਘੰਟਾ ਜਾਂ 40 ਮਿੰਟ ਲਾ ਕੇ ਚੱਲ ਜੀ ਘਰਾਂ ਨੂੰ ਗੱਲ ਮੁੱਕ ਗਈ। ਤੁਹਾਡੇ ਵੀ ਫਰਜ਼ ਬਣਦੇ ਨੇ, ਜੇ ਤੁਹਾਡੇ ਮੂੰਹ ਉੱਥੇ ਲੱਗਦੇ ਉਹਨਾਂ ਨੂੰ ਪੁੱਛੋ ਸਹੀ ਤੁਸੀਂ ਕੀਤਾ ਕੀ ਅਜੇ ਤੱਕ, ਤੁਹਾਡਾ ਰਿਪੋਰਟ ਕਾਰਡ ਕੀ ਆ। ਸੋ ਇਹ ਜਨਤਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਇਕੱਲੀ ਇਹ ਨਹੀਂ ਕਿ ਲੀਡਰਾਂ ਦੀ, ਜਨਤਾ ਦੀ ਵੀ ਜ਼ਿੰਮੇਵਾਰੀ ਬਣਦੀ। ਜੇ ਜਨਤਾ ਤੋਂ ਆਵਾਜ਼ ਉੱਠੂਗੀ ਤੇ ਲੀਡਰ ਸ਼ਰਮੋ ਸ਼ਰਮੀ ਕੁਝ ਨਾ ਕੁਝ ਕਰਨ ਲਈ ਮਜਬੂਰ ਹੋਣਗੇ। ਜੇ ਅਸੀਂ ਕੁੰਭ ਕਰਨ ਨੀਂਦ ਸੁੱਤੇ ਰਹਿਣਾ ਸਾਰੀ ਉਮਰ ਤੇ ਫਿਰ ਕਿਸੇ ਕਿਸਮ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਸੱਚਾਈ ਹੈ ਜੀ। ਹੁਣ ਜੋ ਚੱਲ ਰਿਹਾ ਇਸ ਵੇਲੇ ਅਸੀਂ ਇਸ ਗੱਲ ਦੇ ਮੁਤਲਕ ਜ਼ਰੂਰ ਕਹਿ ਸਕਦੇ ਹਾਂ ਕਿ ਚਿੱਟੀ ਸਿੰਘਪੁਰਾ ਦੇ ਜਿਹੜਾ ਇਸ ਵੇਲੇ ਹਾਲਾਤ ਬਣੇ ਜਿਨ੍ਹਾਂ ਨੂੰ ਲੈ ਕੇ ਅੱਜ ਸਾਰਿਆਂ ਦੇ ਅੰਦਰ ਇਸ ਗੱਲ ਦੀ ਜ਼ਖਮ ਜਾਂ ਮਹਿਸੂਸ ਹੋ ਰਹੇ ਨੇ, ਜਾਂ ਜਿਨ੍ਹਾਂ ਦੀ ਅਸੀਂ ਐਲਬਰਾਈਟ ਦੀ ਅੱਜ ਗੱਲ ਕੀਤੀ ਹੈ, ਸੋ ਇਸ ਦੇ ਪ੍ਰਤੀ ਜ਼ਰੂਰ ਕੋਈ ਨਾ ਕੋਈ ਆਵਾਜ਼ ਉੱਠੇ ਤੇ ਕੋਈ ਗੱਲਬਾਤ ਚੱਲੇ। ਹੁਣ ਇੱਕ ਸਵਾਲ ਇਹ ਹੈ ਕਿ ਜਾਂਚ ਦੀ ਮੰਗ ਜਿਹੜੀ ਹੈ ਵਿਦੇਸ਼ਾਂ 'ਚੋਂ ਉੱਠੇ ਤਾਂ ਉਹ ਕਿਵੇਂ ਉੱਠੇ? ਕਿਉਂਕਿ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਯੂਨਾਈਟਿਡ ਆਰਗੇਨਾਈਜੇਸ਼ਨ ਜਾਂ ਕੁਝ ਹੋਰ ਪ੍ਰਾਈਵੇਟ ਆਰਗੇਨਾਈਜੇਸ਼ਨ, UNO ਵਗੈਰਾ ਜੋ ਵੀ ਜਾਂਚ ਕਰਦਾ ਹੈ ਉਸ ਨੂੰ ਕੋਈ ਮਜ਼ਬੂਤ ਆਧਾਰ ਜਾਂ ਕੋਈ ਜਿਹੜਾ ਉਸ ਦੇ ਪ੍ਰਤੀ ਸ਼ਿਕਾਇਤਕਰਤਾਵਾਂ ਦਾ ਕੋਈ ਦਾਇਰਾ ਚਾਹੀਦਾ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚੋਂ ਇਨਸਾਫ ਨਹੀਂ ਮਿਲ ਰਿਹਾ। ਇਹ ਗੱਲਾਂ ਪਹਿਲਾਂ ਹੀ ਵਾਰ ਨਹੀਂ ਹੋ ਰਹੀਆਂ, ਇਸ ਤੋਂ ਪਹਿਲਾਂ ਵੀ ਬਹੁਤ ਹੋਈਆਂ। ਬਹੁਤ ਸਾਰੇ ਲੋਕਾਂ ਨੇ ਇਨਸਾਫ ਦੇ ਲਈ ਦਰਵਾਜ਼ਾ ਖੜਕਾਇਆ। ਹੁਣ ਤਾਂ ਬਿਲ ਕਲਿੰਟਨ ਦਾ ਬਿਆਨ ਪਿਆ, ਅਮਰੀਕਾ ਦੇ ਰਾਸ਼ਟਰਪਤੀ ਦਾ ਬਿਆਨ ਪਿਆ, ਮੈਡਲਿਨ ਐਲਬਰਾਈਟ ਦੀ ਕਿਤਾਬ ਪਈ ਆ। ਸੋ ਇਹ ਸਾਰੀ ਘਟਨਾ ਨੂੰ ਲੈ ਕੇ ਕਿਉਂ ਨਹੀਂ ਉਸੇ ਹੀ ਅਮਰੀਕਾ ਦੇ ਵਿੱਚ, ਨਿਊਯਾਰਕ ਦੇ ਵਿੱਚ UNO ਦੇ ਦਫ਼ਤਰ ਬਣੇ ਹੋਏ ਨੇ, ਅਸੀਂ ਹੋਰ ਗੱਲਾਂ ਲਈ ਉਹਨਾਂ ਦਾ ਘਿਰਾਓ ਕਰ ਸਕਦੇ ਹਾਂ। ਇਸ ਗੱਲ ਲਈ ਚਿੱਟੀ ਸਿੰਘਪੁਰਾ ਦੇ ਇਸ ਮੁੱਦੇ ਦੇ ਲਈ ਘਿਰਾਓ ਕਰਕੇ ਆਵਾਜ਼ ਉਠਾਈਏ ਤਾਂ ਕਿ ਗੱਲਬਾਤ ਹੋਵੇ। ਕਿਉਂਕਿ UNO ਦੇ ਰਾਹੀਂ ਜਾਂ ਹੋਰ ਸੰਸਥਾਵਾਂ ਦੇ ਰੂਪ ਦੇ ਵਿੱਚ ਜੇ ਬਾਹਰੋਂ ਜਾਂਚ ਹੋਵੇ ਤਾਂ ਸ਼ਾਇਦ ਕਿਤੇ ਨਾ ਕਿਤੇ ਕੋਈ ਗੱਲ ਉੱਭਰ ਸਕਦੀ ਹੈ। ਦੇਖੋ ਜਾਂਚ ਹੋਣੀ ਬਾਹਰੋਂ ਚਾਹੀਦੀ ਕਿਉਂਕਿ ਸਮਾਂ ਤਾਂ ਇੰਨਾ ਨਿਕਲ ਚੁੱਕਾ। ਉੱਥੋਂ ਦੀ ਸਰਕਾਰ ਤੋਂ ਆਪਾਂ ਆਸ ਨਹੀਂ ਕਰ ਸਕਦੇ। ਜਦੋਂ ਪਰਿਵਾਰ ਖੁਦ ਕਹਿ ਰਹੇ ਕਸ਼ਮੀਰ ਦੇ ਵਿੱਚ ਬੈਠੇ ਕਿ ਅੰਤਰਰਾਸ਼ਟਰੀ ਜਾਂਚ ਹੋਣੀ ਚਾਹੀਦੀ, ਸਾਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਹੀ ਹੁਣ ਆਸ ਹੈ, ਤਾਂ ਉਹਨਾਂ ਦੀ ਉਮੀਦ ਤੇ ਫੁੱਲ ਚੜਾਏ ਜਾਣ। ਔਰ ਅੰਤਰਰਾਸ਼ਟਰੀ ਜਾਂਚ ਦੇ ਲਈ ਇੱਥੇ ਸਾਡੇ ਕੋਲ ਜ਼ਮੀਨ ਤਿਆਰ ਪਈ ਹੋਈ ਹੈ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕਾਂ ਦੀ ਇੱਥੇ ਕਾਫੀ ਚੜ੍ਹ ਮੱਚੀ ਹੋਈ ਹੈ ਸਿਆਸੀ ਤੌਰ 'ਤੇ।
ਸੋ ਇਹ ਜੇ ਚਾਹਣ ਤਾਂ ਇਹ ਵੱਡਾ ਨਿਸ਼ਾਨਾ ਪ੍ਰਾਪਤ ਕਰ ਸਕਦੇ ਆ ਉਹਨਾਂ ਲੋਕਾਂ ਦੀ ਖਾਤਰ ਜਿਹੜੇ ਉੱਥੇ ਹਾੜੇ ਕੱਢ ਰਹੇ ਇਸ ਟਾਈਮ। ਪਰ ਕਿੰਨੇ ਕੁ ਸਫਲ ਹੋਣਗੇ ਮੈਨੂੰ ਨਹੀਂ ਪਤਾ। ਇਹ ਤਾਂ 84 ਦਾ ਜੈਨੋਸਾਈਡ ਦਾ ਨਹੀਂ ਕੁਝ ਕਰਾ ਸਕਿਆ ਅਜੇ ਤੱਕ। ਸਗੋਂ ਚਾਈਨਾ ਦੇ ਵਿੱਚ ਜੋ ਹੋਇਆ ਉਈਗੁਰ ਮੁਸਲਮਾਨਾਂ ਨਾਲ, ਉਹਦੀ ਗੱਲ ਤਾਂ ਇਹਨਾਂ ਨੇ ਮਨਵਾ ਲਈ, ਜਿਹਦਾ ਇਹਨਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਸੀਗਾ। ਮੈਂ ਨਹੀਂ ਕਹਿੰਦਾ ਕਿ ਉਹ ਠੀਕ ਹੋ ਰਿਹਾ, ਉੱਥੇ ਵੀ ਸਾਨੂੰ ਸਵਾਲ ਚੁੱਕਣੇ ਚਾਹੀਦੇ ਜੀ, ਪਰ ਆਪਣੇ ਮੂਲ ਮੁੱਦੇ ਨੂੰ ਛੱਡ ਕੇ ਆਪਾਂ ਉਧਰ ਭੱਜ ਨਿਕਲੇ ਆ, ਕਿਉਂਕਿ ਇੱਥੋਂ ਦੀਆਂ ਪਾਰਟੀਆਂ ਜੋ ਕਹਿੰਦੀਆਂ ਅਸੀਂ ਉਹ ਕਰਦੇ ਹਾਂ। ਆਪਣੀ ਗੱਲ ਮਨਵਾਉਣ 'ਚ ਅਸੀਂ ਹਮੇਸ਼ਾ ਪਿੱਛੇ ਰਹੇ ਹਾਂ, ਉਹਨਾਂ ਦੀ ਗੱਲ ਮੰਨਣ ਲਈ ਹਮੇਸ਼ਾ ਦੀ ਤਿਆਰ ਰਹੇ ਹਾਂ। ਉਹ ਰੂਸ ਦੀ ਵੋਦਕਾ ਚੱਕ ਲੈਣ ਤਾਂ ਵੀ ਅਸੀਂ ਭੰਗੜੇ ਪਾ ਰਹੇ ਹਾਂ, ਉਹ ਚਾਈਨਾ ਦੇ ਬਾਰੇ ਗੱਲ ਕਰਨ ਤਾਂ ਵੀ ਠੀਕ ਹੈ। ਸਾਡੇ ਮੁੱਦਿਆਂ 'ਤੇ ਕੌਣ ਗੱਲ ਕਰੂਗਾ? ਸੋ ਇਹ ਮੌਕਾ ਹੈ ਅਮਰੀਕਾ ਕੈਨੇਡਾ ਵਿੱਚ। ਇਹਨਾਂ ਨੂੰ ਹੁਣ ਚਾਹੀਦਾ ਕਿ ਬਹੁਤ ਹੋਇਆ, ਜਿਹੜੀਆਂ ਇੱਧਰ ਦੇ ਉੱਧਰ ਦੀ ਲਿਫਾਫੇਬਾਜ਼ੀ ਜਿਹੜੀਆਂ ਗੱਲਾਂ, ਕਦੇ ਖੰਡੇ ਦੀ ਤਸਵੀਰ ਵਾਲੀ ਸਟੈਂਪ ਜਾਰੀ ਹੋ ਗਈ, ਕਦੇ ਖਾਲਸੇ ਦੀ ਵਿਸਾਖੀ ਦੇ ਵਧਾਈਆਂ ਦੇਤੀਆਂ ਪ੍ਰਧਾਨ ਮੰਤਰੀ ਨੇ, ਰਾਸ਼ਟਰਪਤੀ ਨੇ, ਇਹ ਬਹੁਤ ਹੋ ਗਿਆ। ਹੁਣ ਅਸਲ ਮੁੱਦਿਆਂ ਵੱਲ ਨੂੰ ਆਈਏ। ਗੁਰਪ੍ਰੀਤ ਸਿੰਘ ਜੀ, ਵਿਚਾਰਾਂ ਲਈ ਤਹਿ ਦਿਲੋਂ ਸ਼ੁਕਰੀਆ, ਧੰਨਵਾਦ ਮਿਹਰਬਾਨੀ, ਜੀ। ਸ਼ੁਕਰੀਆ। ਅਖੀਰ ਦੇ ਵਿੱਚ ਜੋ ਮੈਡਲਿਨ ਐਲਬਰਾਈਟ ਦਾ ਦੇਹਾਂਤ ਹੋਇਆ, ਉਹਨਾਂ 'ਤੇ ਅਸੀਂ ਡੂੰਘੇ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਸ਼ਰਧਾਂਜਲੀ ਭੇਟ ਕਰਦੇ ਹਾਂ। ਉਹਨਾਂ ਦੀ ਇਸ ਗੱਲ ਦੇ ਲਈ ਤਾਰੀਫ ਵੀ ਕਰਦੇ ਹਾਂ ਜੋ ਉਹਨਾਂ ਨੇ ਮਾਈਟੀ ਦ ਅਲਮਾਈਟੀ ਕਿਤਾਬ ਦੇ ਰਾਹੀਂ ਇਹ ਆਵਾਜ਼ ਉਠਾਈ ਕਿ ਛੱਟੀ ਸਿੰਘਪੁਰਾ ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ, ਉਸ ਘਟਨਾਕ੍ਰਮ ਲਈ ਜੋ ਏਜੰਸੀਆਂ ਜ਼ਿੰਮੇਵਾਰ ਨੇ, ਤੇ ਬਿਲ ਕਲਿੰਟਨ ਦਾ ਹਵਾਲਾ ਦਿੱਤਾ। ਇਸ ਘਟਨਾਕ੍ਰਮ ਨੂੰ ਲੈ ਕੇ ਸਾਡਾ ਹੁਣ ਫਰਜ਼ ਬਣਦਾ ਹੈ ਕਿ ਅਸੀਂ ਕੋਈ ਨਾ ਕੋਈ ਜ਼ਰੂਰ ਸਾਂਝੇ ਤੌਰ 'ਤੇ ਆਵਾਜ਼ ਉਠਾਈਏ, ਅਤੇ ਇਹ ਹਲੂਣਾ ਜਿਹੜਾ ਸਾਨੂੰ ਦਿੱਤਾ ਮੈਡਲਿਨ ਐਲਬਰਾਈਟ ਨੇ ਆਪਣੀ ਕਿਤਾਬ ਦੇ ਰਾਹੀਂ ਦਿੱਤਾ, ਜਾਂ ਉਹਨਾਂ ਦੀ ਸ਼ਖਸੀਅਤ ਰਾਹੀਂ ਸਾਨੂੰ ਮਿਲਿਆ, ਅਸੀਂ ਉਸ ਦਾ ਸਹੀ ਜਿਹੜਾ ਮੁਲਾਂਕਣ ਕਰ ਸਕੀਏ, ਤਾਂ ਹੀ ਅਸੀਂ ਸਮਝ ਸਕਦੇ ਹਾਂ ਜਿੱਥੇ ਇਹੋ ਜਿਹੀਆਂ ਸ਼ਖਸੀਅਤਾਂ ਉਹਨਾਂ ਦੀ ਦੇਣ ਦਾ ਸਤਿਕਾਰ ਹੈ, ਉੱਥੇ ਨਾਲੋਂ ਨਾਲ ਸਾਡਾ ਬਣਦਾ ਫਰਜ਼ ਵੀ ਅਸੀਂ ਨਿਭਾ ਰਹੇ ਹਾਂ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।